ਵੇਖੋ ਜਗ ਦੇ ਰੌਣਕ ਮੇਲੇ ਵੇਖੋ ਜਗ ਦੇ ਰੌਣਕ ਮੇਲੇ ਕੁਝ ਖੇਡਣ ਆਂਦੇ ਕੁਝ ਖੇਡ ਕੇ ਜਾਂਦੇ ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ ਜੋ ਮੌਜਾਂ ਵਿੱਚ ਝੂਮ ਕੇ ਗਾਉਂਦੇ ਖੁਸ਼ੀਆਂ ਖੇੜੇ ਸਾਡੇ ਵੇੜੇ ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ ਦੋਸਤੋ। ਇੱਕ ਵਾਰ ਫਿਰ ਸਵਾਗਤ ਹੈ ਸਾਡੇ ਪ੍ਰੋਗਰਾਮ ਜਿਹਦਾ ਨਾਂ ਹੈ ਖੁਸ਼ੀਆਂ ਖੇੜੇ ਸਾਡੇ ਵੇੜੇ। ਇਸ ਪ੍ਰੋਗਰਾਮ ਦੇ ਰਾਹੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੀ ਛੋਟੀ ਤੋਂ ਛੋਟੀ ਔਰ ਵੱਡੇ ਤੋਂ ਵੱਡੀ ਸਮੱਸਿਆਵਾਂ ਦਾ ਹੱਲ ਲੈ ਕੇ ਆਈਏ। ਇੱਕ ਹੋਰ ਇਹੋ ਜਿਹੀ ਸਮੱਸਿਆ ਜੋ ਹਰ ਇੱਕ ਦੇ ਘਰ 'ਚ ਅੱਜ ਕੱਲ੍ਹ ਘਰ ਕਰਦੀ ਜਾ ਰਹੀ ਹੈ, ਉਹ ਹੈ ਝਗੜਾ। ਦੋਸਤੋ, ਅੱਜ ਕੱਲ੍ਹ ਬੱਚੇ ਤੋਂ ਲੈ ਕੇ ਤੇ ਬਜ਼ੁਰਗ ਤੱਕ ਹਰ ਇਨਸਾਨ ਇਸ ਚੀਜ਼ ਨੂੰ ਐਕਸਪੀਰੀਅੰਸ ਕਰਦਾ ਹੈ ਕਿ ਆਪਣੀ ਜ਼ਿੰਦਗੀ 'ਚ ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਝਗੜਾ ਜੋ ਹੈ ਉਹ ਜ਼ਿੰਦਗੀ 'ਚ ਆਉਂਦਾ ਜਾ ਰਿਹਾ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਇਸੇ ਝਗੜੇ ਬਾਰੇ ਕਿ ਕਿਉਂ ਸਾਡੀ ਜ਼ਿੰਦਗੀ 'ਚ ਝਗੜਾ ਵੱਧਦਾ ਜਾ ਰਿਹਾ ਹੈ, ਔਰ ਕੋਸ਼ਿਸ਼ ਕਰਾਂਗੇ ਇਹੋ ਜਿਹੇ ਕੁਝ ਹੱਲ ਢੂੰਢਣ ਦੀ ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ 'ਚ ਝਗੜਾ ਘਟਾ ਸਕੀਏ। ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਨੇ ਅੱਜ ਬ੍ਰਹਮਾ ਕੁਮਾਰ ਸਾਹਿਲ ਭਾਈ ਸਾਹਿਬ। ਸਾਹਿਲ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ। ਓਮ ਸ਼ਾਂਤੀ। ਓਮ ਸ਼ਾਂਤੀ। ਜਿੱਦਾਂ ਕਿ ਆਪਾਂ ਗੱਲ ਕਰ ਰਹੇ ਹਾਂ, ਅੱਜ ਕੱਲ੍ਹ ਝਗੜੇ ਜੋ ਦੇਖੇ ਜਾਂਦੇ ਆਮ ਤੌਰ 'ਤੇ ਘਰਾਂ 'ਚ ਵੀ ਹੁੰਦੇ ਹੈ, ਔਰ ਬਹੁਤ ਵੱਡੇ ਵੱਡੇ ਦੇਸ਼ਾਂ 'ਚ ਵੀ ਅੱਜ ਕੱਲ੍ਹ ਝਗੜੇ ਵੱਧ ਗਏ ਹੈ, ਭਲੇ ਉਹ ਰੰਗ ਦੇ ਉਹਦੇ 'ਚ ਹੋਵੇ ਜਾਂ ਫਿਰ ਜਾਤੀਵਾਦ ਦੇ ਉਹਦੇ 'ਚ ਹੋਣ। ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗੀ ਕਿ ਝਗੜੇ ਹੁੰਦੇ ਕਿਉਂ ਹੈ? ਇਹਦਾ ਜੋ ਰੂਟ ਹੈ ਉਹ ਕੀ ਹੈ? ਝਗੜੇ ਬੇਸਿਕਲੀ ਅਸੀਂ ਇਸ ਕਰਕੇ ਕਹਿ ਸਕਦੇ ਹਾਂ, ਇਸ ਕਰਕੇ ਹੁੰਦੇ ਹੈ ਕਿਉਂਕਿ ਸਭ ਦੀ ਬੈਕਗਰਾਊਂਡ, ਕਲਚਰਸ, ਸੰਸਕਾਰ, ਨੀਡਸ, ਵੈਲਿਊਜ਼, ਹਾਂਜੀ, ਸਾਡੇ ਮੂਲ ਭਾਵ ਅੰਦਰ ਦੇ ਸਭ ਵੱਖਰੇ ਵੱਖਰੇ ਹੈ। ਤੇ ਜਦ ਵੀ ਅਸੀਂ ਦੇਖਦੇ ਹਾਂ ਕਿ ਇਹਨਾਂ ਨੂੰ ਥੋੜੀ ਆਪੋਜੀਸ਼ਨ ਮਿਲ ਰਹੀ ਹੈ ਤੇ ਇੱਕ ਕੌਨਫਲਿਕਟ ਪੈਦਾ ਹੁੰਦਾ ਹੈ। ਉਹ ਇਨਰ ਕੌਨਫਲਿਕਟ ਵੀ ਹੋ ਸਕਦਾ ਹੈ, ਕਿਸੇ ਦੇ ਨਾਲ ਵੀ ਹੋ ਸਕਦਾ ਹੈ। ਸੋ ਇਹ ਮੇਜਰ ਕਾਰਨ ਹੈ ਮੰਨੇ ਜਾਣਗੇ ਕਿ ਕਿਉਂ ਝਗੜੇ ਮਤਲਬ ਹੁੰਦੇ। ਮਤਭੇਦ ਇੱਕ ਆ ਜਾਂਦਾ ਹੈ ਕਿ ਜੋ ਮੈਂ ਸੋਚ ਰਹੀ ਹਾਂ ਔਰ ਜੋ ਤੁਸੀਂ ਸੋਚ ਰਹੇ ਹੋ ਉਹਦੇ ਨਾਲ ਮੈਂ ਐਗਰੀ ਨਹੀਂ ਕਰ ਰਹੀ ਹਾਂ ਔਰ ਮੇਰੇ ਮੁਤਾਬਕ ਕੰਮ ਨਹੀਂ ਹੋ ਰਿਹਾ, ਇਸ ਲਈ ਵੀ ਸ਼ਾਇਦ ਰੀਜ਼ਨ ਹੋ ਸਕਦਾ ਹੈ ਝਗੜਿਆਂ ਦਾ। ਪਰ ਦੇਖਿਆ ਜਾਵੇ ਤੇ ਆਮ ਤੌਰ 'ਤੇ ਬਹੁਤ ਸਾਰੇ ਝਗੜੇ ਜੈਨੂਇਨਲੀ ਵੀ ਹੁੰਦੇ ਹੈ ਔਰ ਬਹੁਤ ਵਾਰ ਨਾ ਚਾਹੁੰਦੇ ਹੋਏ ਵੀ ਝਗੜੇ ਹੋ ਸਕਦੇ ਹੈ। ਤੇ ਅਸੀਂ ਕਿੱਦਾਂ ਇਸ ਝਗੜਿਆਂ ਨੂੰ ਅਵੋਇਡ ਕਰ ਸਕਦੇ ਹਾਂ ਆਪਣੀ ਲਾਈਫ 'ਚ? ਝਗੜੇ ਨੂੰ ਅਵੋਇਡ ਕਰਨਾ ਮਤਲਬ ਝਗੜਾ ਤੇ ਹੋ ਗਿਆ ਦੋ ਲੋਕਾਂ ਦੇ ਵਿੱਚ। ਉਹ ਨੈਚੁਰਲੀ ਜੇ ਸਪੋਜ਼ ਇੱਕ ਹਸਬੈਂਡ ਵਾਈਫ ਦਾ ਝਗੜਾ ਹੈ ਜਾਂ ਕੰਮ ਤੇ ਕਿਸੇ ਦੋ ਲੋਕਾਂ ਦੇ ਵਿੱਚ ਝਗੜਾ ਹੈ, ਉਹ ਤਦ ਹੀ ਹੋਏਗਾ ਜੇ ਦੋਨੋਂ ਜਾਣੇ ਕਰਨਗੇ। ਮਗਰ ਜੇ ਇੱਕ ਜਾਣਾ ਬਿਲਕੁਲ ਸ਼ਾਂਤ ਹੈ, ਇੱਕ ਜਾਣਾ ਅੰਦਰੋਂ ਬਿਲਕੁਲ ਕੌਨਫੀਡੈਂਟ ਹੈ, ਕੌਨਫੀਡੈਂਟ ਇਨ ਦ ਸੈਂਸ ਕਿ ਉਹਦੇ ਵਿੱਚ ਇੱਕ ਸੈਲਫ ਐਸਟੀਮ ਹੈਗੀ ਹੈ, ਤੇ ਉਹ ਆਪਣਾ ਵਿਚਾਰ ਜ਼ਰੂਰੀ ਨਹੀਂ ਹੈ ਕਿ ਚਾਹੇ ਕਿ ਅਗਲਾ ਐਕਸੈਪਟ ਕਰੇ। ਸੋ ਇੱਕ ਤਰੀਕਾ ਕਿ ਝਗੜਾ ਹੋਏ ਨਾ ਇਸ ਕਿ ਇੱਕ ਜਾਣਾ ਬਿਲਕੁਲ ਆਪਣੇ ਜਿਹਨੂੰ ਕਹਿੰਦੇ ਸੈਲਫ ਰਿਸਪੈਕਟ ਦੇ ਵਿੱਚ ਰਵੇ ਤੇ ਝਗੜਾ ਉਹਦਾ ਅਵੋਇਡ ਫਿਰ ਹੋ ਸਕਦਾ ਹੈ। ਝਗੜੇ 'ਚ ਇੱਕ ਵਾਰ ਚੀਜ਼ ਇਹ ਵੀ ਦੇਖੀ ਜਾਂਦੀ ਹੈ ਕਿ ਕੋਲਡ ਵਾਰ ਲੋਕੀ ਕਰਦੇ ਹੈ, ਬਹੁਤ ਮੈਂ ਸੁਣਿਆ ਹੈ, ਔਰ ਉਹਨੂੰ ਕਹਿੰਦੇ ਕਿ ਨਹੀਂ ਅਸੀਂ ਤਾਂ ਨਾਰਾਜ਼ ਨਹੀਂ ਹਾਂ, ਸਾਡਾ ਕੋਈ ਝਗੜਾ ਨਹੀਂ ਹੈ, ਲੇਕਿਨ ਦੇਖਿਆ ਜਾਏ ਤਾਂ ਇੱਕ ਕੋਲਡ ਵਾਰ ਦਾ ਇਹ ਲੈ ਲੈਂਦਾ ਸਿਚੁਏਸ਼ਨ। ਇਹ ਕੀ ਚੀਜ਼ ਹੁੰਦੀ ਹੈ? ਵੀ ਇੱਕ ਝਗੜੇ ਦਾ ਹੀ ਪਾਰਟ ਹੈ ਜਾਂ ਕੁਝ ਹੋਰ ਹੈ? ਬਿਲਕੁਲ, ਜੇ ਤੁਹਾਨੂੰ ਕੋਲਡ ਵਾਰ ਵੀ ਹੈ ਇਹਦਾ ਮਤਲਬ ਇਹ ਹੈਗਾ ਕਿ ਐਟਲੀਸਟ ਇਨਰ ਕੌਨਫਲਿਕਟ ਤੇ ਹੈ ਹੀ ਹੈ ਨਾ। ਜੇ ਆਪਸ 'ਚ ਆਪਾਂ ਗੱਲ ਕਰਕੇ ਆਪਸ 'ਚ ਕੋਈ ਲੜਾਈ ਨਹੀਂ ਵੀ ਕਰ ਰਹੇ ਵਰਬਲੀ ਬੋਲ ਕੇ, ਮਗਰ ਫੀਲਿੰਗਸ ਦੇ ਤੌਰ ਤੇ, ਸਾਡੇ ਵਿਚਾਰਾਂ ਦੇ ਤੌਰ ਤੇ ਸਾਡੇ ਜਿਹੜੇ ਇਮੋਸ਼ਨਸ ਹੈਗੇ, ਸਾਡੇ ਭਾਵ, ਉਸ ਤੌਰ ਤੇ ਝਗੜਾ ਹੈ। ਇਹਦਾ ਮਤਲਬ ਹੈ ਕਿਉਂਕਿ ਅੱਜ ਕੱਲ੍ਹ ਜੋ ਵੀ ਤੁਹਾਡਾ ਅੰਦਰ ਦਾ ਭਾਵ ਹੋਏ ਉਹ ਐਕਚੁਅਲੀ ਦੂਜੇ ਤੱਕ ਪਹੁੰਚ ਜਾਂਦਾ ਹੈ, ਵਾਈਬ੍ਰੇਸ਼ਨ ਦੇ ਥਰੂ, ਬਾਡੀ ਲੈਂਗੁਏਜ ਦੇ ਥਰੂ, ਤੁਹਾਡੇ ਅੱਖਾਂ ਦੇ ਥਰੂ, ਤੁਹਾਡੇ ਚਿਹਰੇ ਦੇ ਥਰੂ, ਜੋ ਵੀ ਮਨ ਦਾ ਭਾਵ ਹੁੰਦਾ ਉਹ ਚਿਹਰੇ ਤੇ ਆ ਜਾਂਦਾ ਹੈ। ਐਂਡ ਨਾ ਚਾਹੁੰਦੇ ਹੋਏ ਵੀ ਸਿਚੁਏਸ਼ਨ ਐਸਕੇਲੇਟ ਕਰ ਜਾਂਦੀ ਹੈ ਜਾਂ ਸਿਚੁਏਸ਼ਨ ਇੰਪਰੂਵ ਨਹੀਂ ਕਰ ਪਾਉਂਦੀ। ਐਂਡ ਇਹਦਾ ਸਾਡੇ ਹਰ ਤਰ੍ਹਾਂ ਜੋ ਵੀ ਝਗੜਾ ਪਾਵੇ ਅੰਦਰ ਹੀ ਰਹੇ ਸਾਡੇ,
ਬਟ ਸਾਡੇ ਸਰੀਰ ਤੇ, ਮਨ ਤੇ, ਰਿਲੇਸ਼ਨਸ ਤੇ ਹਰ ਚੀਜ਼ ਨੂੰ ਇੰਪੈਕਟ ਕਰ ਦਿੰਦਾ ਹੈ। ਹਰ ਚੀਜ਼ ਤੇ ਇਹਦਾ ਇਫੈਕਟ ਹੋ ਜੋ ਜਾਂਦਾ ਹੁੰਦਾ ਹੈ। ਹੈ ਉਹ ਅੰਦਰ ਹੀ ਅੰਦਰ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਦੇਖਿਆ ਜਾਂਦਾ ਕਿ ਕਮ ਸੇ ਕਮ ਬਾਹਰ ਝਗੜਾ ਵੱਡਾ ਹੋਣ ਨਾਲੋਂ ਕਿ ਤੁਸੀਂ ਉਹਨੂੰ ਅੰਦਰ ਹੀ ਰੱਖੋ ਤਾਂ ਜ਼ਿਆਦਾ ਬੈਟਰ ਨਹੀਂ? ਐਕਚੁਅਲੀ ਹਾਂ, ਬੈਟਰ ਤੇ ਹੈ ਕਿ ਸਪੋਜ਼ ਤੁਹਾਡੀ ਕਿਸੇ ਨਾਲ ਨਹੀਂ ਵੀ ਬਣ ਰਹੀ, ਸੋ ਐਟਲੀਸਟ ਤੁਹਾਡੇ ਅੰਦਰ ਕੋਈ ਗੱਲ ਖਰਾਬ ਹੈ, ਤੁਸੀਂ ਮੂੰਹ ਤੇ ਨਹੀਂ ਕਹਿ ਰਹੇ, ਉਸ ਤਰੀਕੇ ਨਾਲ ਤੇ ਠੀਕ ਹੈ। ਮਗਰ ਨਾ ਕਹਿਣਾ ਅੰਦਰ ਵੀ ਜੇ ਤੁਹਾਡੇ ਉਹ ਕੌਨਫਲਿਕਟ ਚੱਲ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਨੂੰ ਟੈਨਸ਼ਨ, ਐਂਗਜ਼ਾਇਟੀ, ਸਟ੍ਰੈਸ ਰਹੇਗਾ। ਇਹਦਾ ਮਤਲਬ ਹੈ ਕਿ ਸਰੀਰ ਦੇ ਤੌਰ ਤੇ ਤੁਹਾਨੂੰ ਜ਼ਿਆਦਾ ਚਾਂਸ ਰਹੇਗੇ ਫॉर ਹਾਰਟ ਅਟੈਕ ਹੋਣ ਦੇ, ਤੁਹਾਨੂੰ ਸਟ੍ਰੋਕ ਹੋਣ ਦੇ, ਬਲੱਡ ਪ੍ਰੈਸ਼ਰ ਵਧਣ ਦੇ, ਮੈਂਟਲੀ ਤੁਹਾਡਾ ਐਂਗਜ਼ਾਇਟੀ ਜਾਂ ਡਿਪਰੈਸ਼ਨ ਵਿੱਚ ਜਾਣ ਦੇ। ਕਿਉਂਕਿ ਅੰਦਰ ਹੀ ਅੰਦਰ ਤੁਹਾਡਾ ਜੋ ਹੈ ਉਹ ਚੱਲਦਾ ਰਹਿੰਦਾ ਹੈ, ਆਪਣੇ ਆਪ ਨਾਲ ਗੱਲਾਂ ਕਰਨਾ। ਬਿਲਕੁਲ, ਕਿ ਏਦਾਂ ਹੋ ਗਿਆ, ਆਈ ਹੋ ਗਿਆ, ਮੇਰੀ ਸੁਣੀ ਨਹੀਂ, ਬਹੁਤ ਛੋਟੀਆਂ ਛੋਟੀਆਂ ਗੱਲਾਂ ਆਮ ਤੌਰ ਤੇ ਦੇਖਿਆ ਜਾਏ ਤਾਂ। ਬਿਲਕੁਲ। ਤੇ ਪਲੱਸ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ, ਆਪਣੇ ਜੋ ਵੀ ਪੋਟੈਂਸ਼ੀਅਲ ਤੇ ਪਹੁੰਚਣਾ ਚਾਹੁੰਦੇ ਹੋ, ਉਹਦੇ ਤੇ ਵੀ ਨਹੀਂ ਪਹੁੰਚ ਪਾਓਗੇ ਕਿਉਂਕਿ ਤੁਹਾਡੀ ਬਹੁਤ ਸਾਰੀ ਵਿਚਾਰਾਂ ਦੀ ਸ਼ਕਤੀ ਇਸੇ ਨੂੰ ਸੰਭਾਲਣ ਦੇ ਉੱਤੇ ਲੱਗ ਜਾਏਗੀ ਆਪਣੇ ਅੰਦਰ ਹੀ। ਇਨਫੈਕਟ ਬਿਮਾਰੀ ਦਾ ਇਹ ਜ਼ਿਆਦਾ ਕਾਰਨ ਬਣ ਜਾਂਦਾ ਹੈ ਜੇ ਅੰਦਰ ਹੀ ਤੁਹਾਡੇ ਕੋਈ ਇੰਜ ਕੌਨਫਲਿਕਟ ਚੱਲਦਾ ਰਹੇ ਭਾਵੇਂ ਕਿਸੇ ਦੇ ਨਾਲ, ਭਾਵੇਂ ਆਪਣੇ ਦੇ ਵਿੱਚ ਹੀ। ਤਾਂ ਫਿਰ ਇਹਦਾ ਮਤਲਬ ਤਾਂ ਇਹ ਹੋਇਆ ਕਿ ਅਸੀਂ ਅੰਦਰ ਉਹ ਚੀਜ਼ ਨੂੰ ਨਹੀਂ ਰੱਖ ਕੇ ਉਹਨੂੰ ਬਾਹਰ ਅਸੀਂ ਕੱਢ ਦਈਏ, ਔਰ ਜਿਸ ਬੰਦੇ ਤੋਂ ਸਾਨੂੰ ਨਾਰਾਜ਼ਗੀ ਹੈ ਜਾਂ ਜਿਸ ਵੀ ਕਾਰਨ ਅਸੀਂ ਅੰਦਰ ਥੋੜਾ ਮਤਭੇਦ ਚੱਲ ਰਿਹਾ ਹੈ, ਉਸ ਬੰਦੇ ਨਾਲ ਹੀ ਜਾ ਕੇ ਲੜਾਈ ਕਰ ਲਈਏ। ਲੜਾਈ ਕਰਨ ਨਾਲ ਤੇ ਗੱਲ ਫਿਰ ਬਹੁਤ ਅੱਗੇ ਲੰਘ ਜਾਂਦੀ ਹੈ। ਮਗਰ ਜੇ ਅਸੀਂ ਉਸੇ ਗੱਲ ਨੂੰ ਦੁਬਾਰਾ ਅਸੀਂ ਉਸ ਗੱਲ ਨੂੰ ਸੋਚੀਏ, ਜਿਹਨੂੰ ਕੋਗਨੀਟਿਵ ਥਿੰਕਿੰਗ ਕਹਿੰਦੇ ਆ, ਕਿ ਅਸੀਂ ਪਹਿਲੇ ਆਪਣੇ ਹੀ ਵਿਚਾਰਾਂ ਨੂੰ ਚੈਲੰਜ ਕਰੀਏ। ਅੱਛਾ, ਕਿ ਜੋ ਮੈਂ ਸੋਚ ਰਿਹਾ ਕਿਆ ਇਹ ਸਹੀ ਹੈ, ਜੋ ਮੈਂ ਅਨੁਮਾਨ ਲਗਾ ਰਿਹਾ ਦੂਜੇ ਦੇ ਬਾਰੇ ਕਿਆ ਇਹ ਸਹੀ ਹੈ, ਐਂਡ ਇਹਦਾ ਕਿਆ ਮੈਨੂੰ ਕੋਈ ਲਾਭ ਹੋ ਰਿਹਾ, ਕਿਆ ਮੈਨੂੰ ਇਹਦਾ ਕੋਈ ਫਾਇਦਾ ਹੋ ਰਿਹਾ, ਕਿ ਇਹਨੂੰ ਜੇ ਮੈਂ ਇੰਜ ਨਾ ਸੋਚਾਂ ਤੇ ਮੈਨੂੰ ਜ਼ਿਆਦਾ। ਸੋ ਇੰਜ ਇੱਕ ਆਪਣੀ ਹੀ ਥਿੰਕਿੰਗ ਨੂੰ ਚੈਲੰਜ ਕਰਨਾ ਜਾਂ ਕਿਸੇ ਹੋਰ ਦੇ ਨਾਲ ਉਸ ਚੀਜ਼ ਨੂੰ ਡਿਸਕਸ ਕਰਨਾ, ਉਹ ਇੱਕ ਬੈਟਰ ਰਸਤਾ ਹੈਗਾ ਕਿਸੇ ਕੌਨਫਲਿਕਟ ਨੂੰ ਜਿਹਨੂੰ ਕਹਿ ਸਕਦੇ ਮੈਨੇਜ ਕਰਨ ਦਾ। ਅੱਛਾ, ਔਰ ਅਗਰ ਮੰਨ ਲਓ ਕਿ ਮਤਲਬ ਝਗੜੇ ਵਾਲੀ ਸਿਚੁਏਸ਼ਨ ਬਣ ਰਹੀ ਹੈ, ਠੀਕ ਹੈ, ਤੇ ਉਹ ਸਿਚੁਏਸ਼ਨ ਪੈਦਾ ਹੀ ਨਾ ਹੋਵੇ, ਇਹਦੇ ਲਈ ਆਪਾਂ ਕੁਝ ਐਫਰਟਸ ਆਪ ਪਾ ਸਕਦੇ ਹਾਂ ਕਿ ਉਹ ਝਗੜੇ ਵਾਲੀ ਸਿਚੁਏਸ਼ਨ ਹੀ ਨਾ ਬਣੇ? ਦੇਖੋ, ਜਿੰਨਾ ਵਾਤਾਵਰਨ ਪਾਵਰਫੁਲ ਹੋਏਗਾ ਉਹਨਾਂ ਝਗੜੇ ਦੇ ਚਾਂਸਸ ਘੱਟ ਹੁੰਦੇ ਆ, ਤੇ ਜਿੰਨਾ ਵਾਤਾਵਰਨ ਦੇ ਵਿੱਚ ਹੀ ਅਸ਼ੁੱਧਤਾ ਹੋਏਗੀ, ਨੈਗੇਟਿਵਿਟੀ ਹੋਏਗੀ, ਉਹਨਾਂ ਸਾਡੇ ਸਭ ਦੇ ਵਿਚਾਰ ਵੀ ਉਹਦੇ ਨਾਲ ਅਫੈਕਟ ਹੋ ਜਾਂਦੇ ਆ। ਆਮ ਤੌਰ ਤੇ ਇਦਾਂ ਹੁੰਦਾ ਨਹੀਂ ਹੈ ਕਿਉਂਕਿ ਜਦ ਸਾਡੀ ਸੰਸਥਾ ਥੋੜੀ ਸ਼ੁਰੂਆਤ ਦੀ ਸਟੇਜ ਵਿੱਚ ਸੀਗੀ ਤਾਂ ਜਿੰਜ ਸੰਸਥਾ ਗਰੋ ਕਰਦੀ ਹੈ, ਇਹਨੂੰ ਬੜੀ ਆਪੋਜੀਸ਼ਨ ਥੋੜੀ ਮਿਲੀ ਸਮਾਜ ਤੋਂ, ਕਿਉਂਕਿ ਕੁਝ ਧਾਰਨਾਵਾਂ ਇੰਜ ਸੀਗੀਆਂ। ਹਾਂਜੀ, ਤੇ ਕੁਝ ਲੋਕ ਇੱਕ ਵਾਰੀ ਇੰਜ ਲੜਨ ਨੂੰ ਆ ਗਏ ਸਾਡੇ ਇੱਕ ਆਸ਼ਰਮ ਤੇ ਕਿ ਅੱਜ ਤੇ ਅਸੀਂ ਇੱਥੇ ਜਾ ਕੇ ਲੜਨਾ ਹੀ ਹੈ, ਅੱਜ ਅਸੀਂ ਇਹਨਾਂ ਨੂੰ ਦਿਖਾ ਕੇ ਹੀ ਆਣਾ। ਇਹ ਸ਼ਾਇਦ ਪੰਜਾਬ ਦੀ ਉਹ ਗੱਲ ਹੈ। ਅੱਛਾ ਜੀ। ਤੇ ਜਦ ਉਹ ਆਸ਼ਰਮ ਤੇ ਆਏ ਤੇ ਕਿਸੇ ਤਰ੍ਹਾਂ ਅੰਦਰ ਆ ਗਏ, ਉੱਥੇ ਸਾਡੇ ਜਿਹੜੇ ਹੈਡ ਸੀਗੇ, ਉਹ ਜਗਦੰਬਾ ਮਾਂ ਉਹਨਾਂ ਨੂੰ ਕਹਿੰਦੇ, ਉਹ ਕਮਰੇ 'ਚ ਉੱਪਰ ਬੈਠੇ ਹੋਏ ਸੀਗੇ। ਤੇ ਉਹ ਜਿਹੜੇ ਬੰਦੇ ਆਏ ਲੜਨ, ਕਹਿੰਦੇ ਅਸੀਂ ਉਹਨਾਂ ਨੂੰ ਮਿਲਣਾ ਜਿਹੜੇ ਆਏ ਹੈ, ਅਸੀਂ ਦੇਖਣਾ, ਅਸੀਂ ਆਪਣੀ ਗੱਲ ਦੀ ਤਹਿ ਤੱਕ ਜਾਣਾ ਅੱਜ। ਸੋ ਉਹਨਾਂ ਨੂੰ ਰੋਕਿਆ ਵੀ ਗਿਆ, ਬਟ ਉਹ ਰੁਕੇ ਨਹੀਂ, ਅੰਦਰ ਚਲੇ ਗਏ, ਉੱਪਰ ਚਲੇ ਗਏ ਉਸ ਕਮਰੇ ਵਿੱਚ। ਜਦੋਂ ਉਸ ਕਮਰੇ 'ਚ ਵਿੱਚ ਗਏ, ਸੋ ਐਕਚੁਅਲੀ ਜਿਹੜੇ ਜਗਦੰਬਾ ਮਾਂ ਸੀਗੇ ਉਹ ਯੋਗ ਵਿੱਚ, ਬਹੁਤ ਪਾਵਰਫੁਲ ਯੋਗ ਵਿੱਚ ਬੈਠੇ ਸੀਗੇ। ਸੋ ਲੋਕ ਉਹਨਾਂ ਦੇ ਕਮਰੇ 'ਚ ਗਏ, ਉੱਥੇ ਜਾ ਕੇ ਬਹਿ ਗਏ। 2-4 ਮਿੰਟ, 5 ਮਿੰਟ ਉੱਥੇ ਸ਼ਾਂਤੀ ਦਾ ਜਿੰਜ ਇੱਕ ਉਹਨਾਂ ਨੂੰ ਅਨੁਭਵ ਹੋਇਆ। ਹਾਂਜੀ, ਤੇ ਚੁੱਪ ਕਰਕੇ ਵਾਪਸ ਆ ਗਏ ਬਾਹਰ। ਅੱਛਾ, ਤੇ ਆ ਕੇ ਚਲੇ ਗਏ। ਉਹਨਾਂ ਨੇ ਬਾਕੀਆਂ ਨੂੰ ਵੀ ਕਿਹਾ ਚਲੋ ਅਸੀਂ ਦੁਬਾਰਾ ਆਵਾਂਗੇ, ਦੇਖਾਂਗੇ। ਅੱਛਾ, ਮਤਲਬ ਉਹਨਾਂ ਕੋਲੋਂ ਇਹੋ ਜਿਹੇ ਮਾਹੌਲ ਵਿੱਚ ਆ ਕੇ ਝਗੜਾ ਕੀਤਾ ਹੀ ਨਹੀਂ ਗਿਆ। ਮਤਲਬ ਉਹ ਸ਼ਾਂਤੀ ਦਾ ਐਟਮੋਸਫੇਅਰ ਆਲਰੇਡੀ ਉੱਥੇ ਹੈਗਾ ਸੀ। ਜਦ ਕਦੇ ਸਾਡੇ ਮਨ ਵਿੱਚ ਵੀ ਵਿਚਾਰ, 2 ਵਿਚਾਰ ਹੁੰਦੇ ਆ, ਪਤਾ ਨਹੀਂ ਹੁੰਦਾ ਸੀ ਕੀ ਕਰਨਾ ਜੀਵਨ ਵਿੱਚ, ਤੇ ਜੇ ਅਸੀਂ ਕਿਸੇ ਬਹੁਤ ਪਾਵਰਫੁਲ ਮਾਹੌਲ ਵਿੱਚ ਜਾਈਏ, ਕਿਤੇ ਯੋਗ ਦੀ ਥਾਂ ਤੇ, ਜਿੱਥੇ ਬਹੁਤ ਪਾਵਰਫੁਲ ਯੋਗ ਚੱਲ ਰਿਹਾ ਹੋਏ, ਜਾਂ ਕੋਈ ਇਹੋ ਜਿਹੀ ਸਪਿਰਿਚੁਅਲ ਹੈਡ, ਸਪਿਰਿਚੁਅਲ ਗੁਰੂ ਜਿਨ੍ਹਾਂ ਨੇ ਬਹੁਤ ਤਪੱਸਿਆ ਕੀਤੀ ਹੁੰਦੀ ਹੈ, ਉਹਨਾਂ ਦੇ ਔਰਾ ਦੇ ਵਿੱਚ ਜਾ ਕੇ, ਉਸ ਮਾਹੌਲ ਵਿੱਚ ਜਾ ਕੇ, ਉਹਨਾਂ ਤੋਂ ਗੱਲ ਕੀਤੇ ਬਿਨਾਂ ਹੀ ਸਾਨੂੰ ਆਪਣੇ ਜਿੰਜ ਇੱਕ ਸਵਾਲਾਂ ਦਾ ਜਵਾਬ ਮਿਲ ਜਾਂਦਾ ਹੈ,
ਮਨ ਦੀ ਇੱਕ ਸ਼ਾਂਤੀ ਮਿਲ ਜਾਂਦੀ ਹੈ। ਹੂੰ ਸੋ ਜ਼ਰੂਰੀ ਨਹੀਂ ਹੈ ਕਿ ਅਸੀਂ ਬੋਲ ਕੇ ਹੀ ਕਿਸੇ ਝਗੜੇ ਦਾ ਹੱਲ ਕਰਨਾ ਹੈ। ਇੱਕ ਮਾਹੌਲ ਇਹੋ ਜਿਹਾ ਬਣਾਉਣਾ, ਪਾਵਰਫੁਲ ਮਾਹੌਲ, ਉਹਦੇ ਨਾਲ ਵੀ ਇੱਕ ਝਗੜਾ ਜ਼ਿੰਦਗੀ ਖਤਮ ਹੋ ਜਾਂਦਾ ਹੈ, ਅਵੋਇਡ ਹੋ ਸਕਦਾ ਹੈ। ਹਾਂਜੀ। ਪਰ ਸਾਹਿਲ ਭਾਈ ਸਾਹਿਬ, ਇਹੋ ਜਿਹੀ ਸਿਚੁਏਸ਼ਨ, ਹੁਣ ਜਿੱਦਾਂ ਕਿ ਤੁਸੀਂ ਗੱਲ ਕੀਤੀ ਜਗਦੰਬਾ ਮਾਂ ਦੀ, ਉਹ ਤਾਂ ਉਸ ਪੋਜੀਸ਼ਨ 'ਚ ਸੀ ਅਤੇ ਉਹ ਇਸ ਚੀਜ਼ ਨੂੰ ਅਵੋਇਡ ਕਰ ਸਕੇ। ਲੇਕਿਨ ਅੱਜ ਕੱਲ੍ਹ ਜੋ ਆਮ ਜਨਤਾ ਹੈ ਜਾਂ ਅਸੀਂ ਆਪਣੀ ਆਮ ਜ਼ਿੰਦਗੀ 'ਚ ਦੇਖੀਏ ਤਾਂ ਇੰਨੀ ਪਾਵਰਫੁਲ ਸਿਚੁਏਸ਼ਨ ਸਾਡੀ ਨਹੀਂ ਹੁੰਦੀ ਹੈ ਅਤੇ ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਅਸੀਂ ਚਾਹੁੰਦੇ ਵੀ ਨਹੀਂ ਹਾਂ ਕਿ ਅਸੀਂ ਝਗੜੇ 'ਚ ਪਈਏ, ਲੇਕਿਨ ਉਹ ਝਗੜਾ ਆਟੋਮੈਟਿਕ ਸ਼ੁਰੂ ਹੋ ਜਾਂਦਾ। ਉਸ ਤੋਂ ਫਿਰ ਅਸੀਂ ਕਿੱਦਾਂ ਬਾਹਰ ਨਿਕਲੀਏ? ਬਈ ਹੁਣ ਅਸੀਂ ਝਗੜੇ 'ਚ, ਚਲੋ ਝਗੜਾ ਸ਼ੁਰੂ ਹੋ ਗਿਆ, ਹੁਣ ਅਸੀਂ ਉਹਨੂੰ ਅਵੋਇਡ ਕਰਨਾ, ਉਹਨੂੰ ਖਤਮ ਕਰਨਾ, ਅਤੇ ਕਿੱਦਾਂ ਅਸੀਂ ਉਹ ਝਗੜਾ ਖਤਮ ਕਰ ਸਕਦੇ ਹਾਂ? ਸਾਡਾ ਜਿਹੜਾ ਦਿਮਾਗ ਹੈ ਇਹਦੇ ਵੱਖਰੇ ਵੱਖਰੇ ਰੀਜਨਸ ਹੈਗੇ ਹੈ। ਸੋ ਕਿਸੇ ਦਾ ਇੱਕ ਸੋਚਣ ਦੀ ਸ਼ਕਤੀ, ਇੱਕ ਡਿਸੀਜਨ ਮੇਕਿੰਗ ਹੁੰਦੀ ਹੈ ਜਿੱਥੋਂ ਅਸੀਂ ਨਿਰਣੇ ਲੈਂਦੇ ਹਾਂ। ਇੱਕ ਹਿੱਸਾ ਜਿੱਥੋਂ ਅਸੀਂ ਸਿਰਫ ਇਮੋਸ਼ਨਲ ਸੋਚਦੇ ਹਾਂ। ਸੋ ਜਦ ਕੋਈ ਬੰਦਾ ਬਹੁਤ ਗੁੱਸੇ ਵਿੱਚ ਹੋਏ, ਉਹਦੀ ਲੌਜੀਕਲ ਥਿੰਕਿੰਗ ਦੀ ਸ਼ਕਤੀ ਘਟ ਜਾਂਦੀ ਹੈ, ਕਿਉਂਕਿ ਉਹ ਬਹੁਤ ਸਿਰਫ ਆਪਣੀ ਇਮੋਸ਼ਨਲ ਬ੍ਰੇਨ ਨਾਲ ਸੋਚ ਰਿਹਾ ਹੁੰਦਾ ਹੈ। ਉਸ ਵੇਲੇ ਜੇ ਤੁਸੀਂ ਉਸ ਇਨਸਾਨ ਨੂੰ ਕੁਝ ਸਮਝਾਉਣ ਦੀ ਵੀ ਕੋਸ਼ਿਸ਼ ਕਰੋ ਤਾਂ ਇਨਸਾਨ ਨਹੀਂ ਸਮਝ ਸਕਦਾ। ਸੋ ਬਹੁਤ ਇਹੋ ਜਿਹੀ ਸਿਚੁਏਸ਼ਨ ਵਿੱਚ ਉਸ ਵੇਲੇ ਸਾਹਮਣਾ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਐਕਚੁਅਲੀ। ਸੋ ਰੀਅਲੀ ਹਰ ਸਿਚੁਏਸ਼ਨ ਨੂੰ ਅੰਡਰਸਟੈਂਡ ਕਰਕੇ ਉਸ ਹਿਸਾਬ ਨਾਲ ਹੀ ਬੰਦਾ ਸਿਚੁਏਸ਼ਨ ਨਾਲ ਅੱਗੇ ਚੱਲ ਸਕਦਾ। ਪਰ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਗਲਤੀ ਆਪਾਂ ਨੂੰ ਪਤਾ ਹੈ ਮੇਰੀ ਨਹੀਂ ਹੈ, ਮੈਂ ਆਪਣੀ ਜਗ੍ਹਾ ਬਿਲਕੁਲ ਠੀਕ ਹਾਂ ਜੋ ਮੈਂ ਕਰ ਰਿਹਾ, ਔਰ ਸਾਹਮਣੇ ਵਾਲੇ ਦੀ ਗਲਤੀ ਹੈ ਔਰ ਉਹ ਆਪਣੀ ਗਲਤੀ ਐਕਸੈਪਟ ਵੀ ਨਹੀਂ ਕਰ ਰਿਹਾ ਹੈ, ਮੰਨ ਵੀ ਨਹੀਂ ਰਿਹਾ ਹੈ, ਔਰ ਉਹਦੇ ਕਰਕੇ ਝਗੜਾ ਵਧੀ ਵੀ ਜਾ ਰਿਹਾ ਹੈ। ਇਹੋ ਜਿਹੀ ਸਿਚੁਏਸ਼ਨ 'ਚ ਕੀ ਕਰੇ ਬੰਦਾ? ਸਾਡੀ ਇੱਕ ਸੋਚ ਹੈ, ਬਣ ਗਈ ਹੈ ਕਿ ਜੋ ਵੀ ਸਾਡਾ ਵਿਚਾਰ ਹੈ ਉਹ ਅਗਲਾ ਜਾਣਾ ਮੰਨੇ, ਪਹਿਲੀ ਗੱਲ। ਦੂਜੀ ਇੱਕ ਸਾਡੀ ਜੋ ਸੋਚ ਹੋਣੀ ਵੀ ਚਾਹੀਦੀ ਹੈ ਉਹ ਹੈਗੀ ਹੈ, ਕਿਉਂਕਿ ਸਾਡੇ ਸਭ ਦੇ ਸੰਸਕਾਰ ਵੱਖਰੇ ਹੈ, ਸਭ ਦੀ ਅਪਬ੍ਰਿੰਗਿੰਗ ਵੱਖਰੀ ਹੈ, ਸਭ ਦੀ ਨੀਡਸ ਵੱਖਰੀਆਂ। ਸੋ ਹਰ ਇਨਸਾਨ ਨੇ ਸਾਡੇ ਵਰਗਾ ਨਹੀਂ ਬਣ ਜਾਣਾ। ਦੂਜਾ, ਹਰ ਇਨਸਾਨ ਦਾ ਇੱਕ ਪੈਟਰਨ ਆਫ ਥਿੰਕਿੰਗ ਬਣਿਆ ਹੁੰਦਾ ਹੈ, ਕੁਝ ਫੈਕਟਰ ਜਿਹਦੇ ਕਰਕੇ ਉਹ ਜਿਹਾ ਉਹ ਬਿਹੇਵ ਕਰਦਾ ਹੈ, ਉਹਨੂੰ ਚੇਂਜ ਕਰਨਾ ਵੀ ਬਹੁਤ ਔਖਾ ਹੁੰਦਾ ਹੈ। ਸੋ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਗਲਾ ਸਾਡੀ ਗੱਲ ਸੁਣੇ, ਅਸੀਂ ਚਾਹੁੰਦੇ ਹਾਂ ਕਿ ਅਗਲਾ ਬਦਲ ਜਾਏ, ਇਹ ਇੱਕ ਕੌਨਫਲਿਕਟ ਦਾ ਇੱਕ ਬਹੁਤ ਵੱਡਾ ਰੀਜ਼ਨ ਹੈ। ਸੋ ਸਿਚੁਏਸ਼ਨ ਨੂੰ, ਲੋਕਾਂ ਨੂੰ ਐਕਸੈਪਟ ਕਰਨਾ, ਉਹ ਜਿੰਜ ਹੈਗੇ ਆ ਉਂਝ ਹੀ, ਬਿਨਾਂ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੇ। ਮਤਲਬ ਅਗਰ ਉਹ ਗਲਤ ਵੀ ਹੈ ਤੇ ਸਾਨੂੰ ਐਕਸੈਪਟ ਕਰਨਾ ਪਏਗਾ ਵੀ ਹਾਂ ਤੁਸੀਂ ਸਹੀ ਹੋ। ਕਹਿ ਵੀ ਸਕਦੇ ਹਾਂ ਕਿ ਤੁਸੀਂ, ਮਗਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਹਿਣਾ ਤੁਸੀਂ ਸਹੀ ਹੋ, ਮਗਰ ਗੱਲ ਹੈ ਤੁਸੀਂ ਪਹਿਲੇ ਮੈਂਟਲੀ ਐਕਸੈਪਟ ਕਰੋ ਕਿ ਜੋ ਹੈ ਜੈਸਾ ਹੈ ਠੀਕ ਹੈ, ਆਪਣੀ ਜਗ੍ਹਾ ਤੇ ਠੀਕ ਹੈ। ਤੇ ਉਸ ਬੰਦੇ ਦੇ ਪ੍ਰਤੀ ਜੇ ਤੁਸੀਂ ਫਿਰ ਵੀ ਸ਼ੁਭ ਭਾਵ ਰੱਖੋ, ਉਹਨੂੰ ਮੈਂਟਲੀ ਵਾਈਬ੍ਰੇਸ਼ਨ, ਸਪਿਰਿਚੁਅਲੀ ਵਾਈਬ੍ਰੇਸ਼ਨ ਦਿਓ, ਫਿਰ ਜ਼ਿਆਦਾ ਚਾਂਸ ਹੈ ਬਦਲਣ ਦਾ ਜਾਂ ਬਦਲਾਉਣ ਦਾ। ਪਰ ਕਹਿ ਕੇ ਬਦਲਾਣਾ ਉਹ ਕੋਈ ਇੰਨਾ ਆਸਾਨ ਨਹੀਂ ਹੁੰਦਾ, ਸਾਲੋ ਸਾਲ ਵੀ ਲੱਗ ਜਾਂਦੇ ਹੈ ਕਿਸੇ ਵੀ ਰਿਲੇਸ਼ਨ ਵਿੱਚ ਜਾਂ ਕੰਮ ਤੇ ਜਾਂ ਜਿੱਥੇ ਵੀ ਅਸੀਂ ਡੀਲ ਕਰਦੇ ਹਾਂ। ਵਰਕ ਪਲੇਸ ਦੀ ਤੁਸੀਂ ਗੱਲ ਕੀਤੀ। ਵਰਕ ਪਲੇਸ 'ਤੇ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਆਪਸ 'ਚ ਝਗੜੇ ਹੋ ਜਾਂਦੇ ਹੈ ਔਰ ਇਹੋ ਜਿਹੀ ਸਿਚੁਏਸ਼ਨ ਵੀ ਹੋ ਜਾਂਦੀ ਹੈ ਵਰਸਟ ਕਿ ਬਹੁਤ ਵਾਰ ਮੈਂ ਦੇਖਿਆ ਕਿ ਪੁਲਿਸ ਨੂੰ ਵੀ ਬੁਲਾਉਣਾ ਪੈ ਜਾਂਦਾ ਹੈ। ਇਹੋ ਜਿਹੀ ਵੀ ਸਿਚੁਏਸ਼ਨਸ ਹੁੰਦੀ ਹੈ ਵਰਕ ਪਲੇਸਿਸ ਕਿ ਆਪਸ 'ਚ ਇੰਨੇ ਜ਼ਿਆਦਾ ਝਗੜੇ ਹੋ ਗਏ ਕਿ ਪੁਲਿਸ ਨੂੰ ਬੁਲਾਉਣਾ ਪੈ ਗਿਆ। ਇਹੋ ਜਿਹੀ ਸਿਚੁਏਸ਼ਨ ਕਿੱਦਾਂ ਹੈਂਡਲ ਹੋ ਸਕਦੀ ਹੈ ਜੋ ਬਹੁਤ ਵੱਡੇ ਲੈਵਲ 'ਤੇ ਚਲੀ ਜਾਵੇ? ਛੋਟੇ ਲੈਵਲ 'ਤੇ ਤਾਂ ਚਲੋ ਤੁਸੀਂ ਸਾਨੂੰ ਸੋਲਿਊਸ਼ਨ ਦਿੱਤਾ ਕਿ ਅਸੀਂ ਐਕਸੈਪਟ ਕਰ ਲਈਏ ਕਿ ਚਲੋ ਜਿੱਦਾਂ ਵੀ ਹੈ ਔਰ ਉਹਨੂੰ ਅਵੋਇਡ ਕਰ ਦਈਏ ਝਗੜੇ ਨੂੰ। ਹੁਣ ਅਗਰ ਝਗੜਾ ਵੱਡੇ ਲੈਵਲ 'ਤੇ ਵੱਧ ਗਿਆ ਹੈ, ਉਸ ਸਿਚੁਏਸ਼ਨ 'ਚ ਅਸੀਂ ਕੀ ਕਰ ਸਕਦੇ ਹਾਂ? ਐਕਚੁਅਲੀ ਅੱਜ ਕੱਲ੍ਹ ਕੋਈ ਵੀ ਇਨਸਾਨ ਬਹੁਤ ਈਜ਼ੀਲੀ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦਾ। ਬਿਲਕੁਲ ਸਹੀ। ਹਰ ਇਨਸਾਨ ਚਾਹੁੰਦਾ ਹੈ ਕਿ ਮੇਰੀ ਹੀ ਗੱਲ ਮੰਨੀ ਜਾਏ। ਬਿਲਕੁਲ। ਸੋ ਇੱਕ ਵਾਰ ਗੱਲ ਕੋਈ ਬਹੁਤ ਐਸਕੇਲੇਟ ਸਪੋਜ਼ ਕਰ ਵੀ ਗਈ ਹੈ, ਫਿਰ ਵੀ ਜਦ ਤੱਕ ਕੋਈ ਇੱਕ ਇਨਸਾਨ ਝੁਕੇਗਾ ਨਹੀਂ, ਕਿਉਂਕਿ ਝੁਕਣ ਨੂੰ ਇੱਕ ਵੀਕਨੈਸ ਮੰਨਿਆ ਜਾਂਦਾ ਹੈ। ਹਾਲਾਂਕਿ ਝੁਕਣਾ ਵੀਕਨੈਸ ਨਹੀਂ ਹੈ, ਉਹ ਵੀ ਇੱਕ ਸ਼ਕਤੀ ਹੈ। ਅੱਛਾ। ਆਪਣੇ ਵਿੱਚ ਐਡਜਸਟਮੈਂਟ ਪਾਵਰ ਹੋਣਾ, ਆਪਣੇ ਵਿੱਚ ਸਹਿਨ ਸ਼ਕਤੀ ਹੋਣਾ, ਇਹ ਸਭ ਸ਼ਕਤੀਆਂ ਹੈਗੀਆਂ। ਜਿੰਨਾ ਅਸੀਂ ਆਪਣੀਆਂ ਸ਼ਕਤੀਆਂ ਨੂੰ ਯੂਜ਼ ਕਰਾਂਗੇ, ਜਿੰਨੀ ਸਾਡੀ ਬੁੱਧੀ ਸਾਲਮ ਹੋਏਗੀ, ਮਤਲਬ ਅਸੀਂ ਸਹੀ ਟਾਈਮ 'ਤੇ ਸਹੀ ਨਿਰਣੇ ਦੇ ਪਾਵਾਂਗੇ। ਉਹਦੇ ਕਰਕੇ ਫਿਰ ਵੀ ਇਹ ਚੀਜ਼ਾਂ ਅਵੋਇਡ ਕਰਨੀਆਂ ਸੌਖੀਆਂ।
ਮਗਰ ਮੇਨਲੀ ਸਾਨੂੰ ਇਹ ਸਿਚੁਏਸ਼ਨ ਤੇ ਆਉਣਾ ਚਾਹੀਦਾ ਹੈ ਕਿ ਤਾਂ ਕਿ ਅਸੀਂ ਝਗੜਾ ਹੋਏ ਨਾ, ਕਨਫਲਿਕਟ ਹੋਏ ਨਾ, ਅਸੀਂ ਬਿਲਕੁਲ ਅਵੋਇਡ ਕਰ ਸਕੀਏ। ਇਹਦੇ ਜਿਹੜੇ ਕਾਰਨ ਹੈਗੇ ਅਸੀਂ ਉਹਨਾਂ ਨੂੰ ਸਮਝੀਏ ਕਿ ਕਿਉਂ ਇਹ ਹੁੰਦੇ, ਕਿਉਂ ਹੈ। ਤੇ ਇਹਦੇ ਤੁਸੀਂ, ਮੈਂ ਜਿੱਦਾਂ ਕਿ ਪਹਿਲਾਂ ਵੀ ਪੁੱਛਿਆ ਕਿ ਝਗੜਾ ਸ਼ੁਰੂ ਹੀ ਕਿੱਥੋਂ ਹੁੰਦਾ ਹੈ, ਇਹਦੇ ਕਾਰਨ ਹੀ ਅਗਰ ਅਸੀਂ ਪਹਿਲਾਂ ਸਮਝ ਲਈਏ ਕਿ ਇਹ ਝਗੜਾ ਹੋਣਾ ਹੀ ਨਹੀਂ ਚਾਹੀਦਾ, ਤੇ ਮੈਨੂੰ ਲੱਗਦਾ ਹੈ ਕਿ ਝਗੜਾ ਪੈਦਾ ਹੀ ਨਾ ਹੋਵੇਗਾ। ਤੇ ਜੋ ਪੈਦਾ ਹੋਣ ਵਾਲੀ ਸਿਚੁਏਸ਼ਨ ਹੈ ਇਹ ਕਿਉਂ ਆਉਂਦੀ ਹੈ? ਸ਼ੁਰੂਆਤ ਤੇ ਮੈਂਟਲ ਤੌਰ ਤੇ ਹੋ ਗਈ, ਜਦ ਅਸੀਂ ਮੈਂਟਲੀ ਅਗਲੇ ਨੂੰ ਐਕਸੈਪਟ ਨਹੀਂ ਕੀਤਾ ਜਾਂ ਅਗਲੇ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਮਗਰ ਜ਼ਿਆਦਾ ਇਹ ਸਿਚੁਏਸ਼ਨ ਸਾਹਮਣੇ ਇਸ ਕਰਕੇ ਆਉਂਦੀ ਹੈ, ਦੋ ਮੇਜਰ ਕਾਰਨ ਹੁੰਦੇ ਹੈ। ਇੱਕ ਹੈ ਕਿ ਅਸੀਂ ਆਪਣੇ ਭਾਵਾਂ ਤੇ ਕੰਟਰੋਲ ਨਹੀਂ ਕਰ ਪਾਉਂਦੇ, ਇਮੋਸ਼ਨਲ ਆਊਟਬਰਸਟ ਜਿਹਨੂੰ ਕਹਿੰਦੇ ਹੈ। ਹਾਂਜੀ। ਤੇ ਦੂਜਾ ਸਾਡਾ ਕਮਿਊਨੀਕੇਸ਼ਨ, ਵਾਰਤਾਲਾਪ ਕਰਨ ਦਾ ਤਰੀਕਾ। ਜਿਸ ਤਰ੍ਹਾਂ ਤੁਸੀਂ ਕੰਮ ਦੀ ਗੱਲ ਕੀਤੀ, ਜਦ ਕੰਮ ਤੇ ਤੁਸੀਂ ਦੇਖਿਆ ਹੋਏਗਾ ਬੜੇ ਸਾਰੇ ਲੋਕ ਇਮੋਸ਼ਨਲ ਹੋ ਕੇ, ਕੁਝ ਹਲਕੀ ਜਿਹੀ ਵੀ ਗੱਲ ਹੋ ਗਏ, ਕਿਸੇ ਨੇ ਕੁਝ ਕਹਿ ਦਿੰਦੇ ਹੈ ਤਾਂ ਇੱਕਦਮ ਆਪਣੀ ਰੈਜ਼ਿਗਨੇਸ਼ਨ ਦੇ ਕੇ ਕਹਿੰਦੇ ਮੈਂ ਤੇ ਜਾ ਰਿਹਾ ਜੀ। ਬੜੇ ਸਾਲਾਂ ਦਾ ਰਿਲੇਸ਼ਨ ਹੁੰਦਾ ਬਟ ਇਮੋਸ਼ਨਲ ਆਊਟਬਰਸਟ ਹੋ ਕੇ ਕਹਿੰਦੇ ਜੀ ਮੈਂ ਤੇ ਚੱਲਿਆ ਜੀ। ਬਿਲਕੁਲ। ਕਦੇ ਕਦੇ ਚੱਲ ਵੀ ਜਾਂਦੇ ਹੈ ਤੇ ਉਹਦੇ 2 ਦਿਨ ਬਾਅਦ ਉਹ ਸੋਚਦੇ ਆ ਮੈਂ ਕੀਤਾ ਕੀ, ਇਹਦੀ ਤਾਂ ਲੋੜ ਹੀ ਨਹੀਂ ਸੀਗੀ। ਜਾਂ ਕੋਈ ਕਿਸੇ ਨੂੰ ਕਹਿ ਦਿੰਦਾ ਜਾਣ ਨੂੰ, ਐਕਚੁਅਲੀ ਲੋੜ ਹੀ ਨਹੀਂ ਹੁੰਦੀ, ਸਿਰਫ ਆਪਣੇ ਆਪ ਨੂੰ ਉਸ ਵੇਲੇ ਮੈਨੇਜ ਕਰਨਾ ਹੁੰਦਾ ਹੈ, ਤਾਂ ਆਪਣੇ ਇਮੋਸ਼ਨਸ ਨੂੰ, ਆਪਣੇ ਭਾਵ ਨੂੰ, ਕਿਉਂਕਿ ਭਾਵੁਕ ਹੋ ਕੇ ਇਨਸਾਨ ਕੁਝ ਵੀ ਕਰ ਦਿੰਦਾ ਹੈ। ਸੋ ਇੱਕ ਰੀਜ਼ਨ ਬਣ ਜਾਂਦਾ ਹੈ। ਦੂਸਰਾ, ਜਿੰਜ ਹੁਣੇ ਵਰਕ ਪਲੇਸਿਸ ਤੇ ਹੁਣੇ ਇੱਕ ਕੇਸ ਸੀਗਾ ਕਿ ਇੱਕ ਮੈਨੇਜਰ ਦੇ ਥੱਲੇ ਜਿਹੜਾ ਸਟਾਫ ਸੀਗਾ, ਉਹ ਸਟਾਫ ਕਹਿੰਦੇ ਅਸੀਂ ਇਸ ਬੰਦੇ ਨਾਲ ਕੰਮ ਹੀ ਨਹੀਂ ਕਰਨਾ, ਅਸੀਂ ਇਹਦੇ ਨਾਲ ਡੀਲ ਹੀ ਨਹੀਂ ਕਰਨਾ, ਸਾਨੂੰ ਜੋ ਕਹੇਗਾ ਅਸੀਂ ਨਹੀਂ ਕਰਨਾ। ਹਾਲਾਂਕਿ ਉਹ ਬੜਾ ਹਾਰਡ ਵਰਕ ਕਰਦਾ ਸੀਗਾ, ਬੜੀ ਮਿਹਨਤ ਨਾਲ ਹਰ ਕੰਮ ਠੀਕ ਕਰਨ ਦੀ ਕੋਸ਼ਿਸ਼ ਕਰਦਾ ਸੀਗਾ। ਸੋ ਜਦ ਉਹਨਾਂ ਦੇ ਉਹ ਜੂਨੀਅਰ ਨੂੰ ਪੁੱਛਿਆ ਗਿਆ ਕਿ ਰੀਜ਼ਨ ਕੀ ਹੈ ਕਿ ਤੁਸੀਂ ਕਿਉਂ ਨਹੀਂ ਉਹਦੇ ਨਾਲ ਕੰਮ ਕਰਨਾ ਚਾਹੁੰਦੇ, ਤੇ ਬਾਅਦ ਚ ਜਾ ਕੇ ਪਤਾ ਚੱਲਿਆ ਕਿ ਸਿਰਫ ਉਹਦੇ ਗੱਲ ਕਰਨ ਦਾ ਤਰੀਕਾ, ਉਹਦੀ ਟੋਨ ਆਫ ਵੌਇਸ ਉਹ ਪਸੰਦ ਨਹੀਂ। ਹਾਂ, ਜਾਂ ਫਿਰ ਜੇ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਉਹਨੂੰ ਅਸੀਂ ਰਿਸਪੈਕਟ ਨਹੀਂ ਦਿੰਦੇ, ਕਿਉਂਕਿ ਹਰ ਇਨਸਾਨ ਅੱਜ ਕੱਲ੍ਹ ਥੋੜੀ ਰਿਸਪੈਕਟ ਚਾਹੁੰਦਾ। ਜਦ ਅਸੀਂ ਇਹ ਚੀਜ਼ਾਂ ਨਹੀਂ ਕਰਦੇ ਉਹਦੇ ਨਾਲ ਵੀ ਜਿੰਜੀ ਕਿ ਕਨਫਲਿਕਟ ਹੋ ਜਾਂਦਾ ਹੈ। ਐਕਚੁਅਲੀ ਅੱਜ ਕੱਲ੍ਹ ਮਾਹੌਲ ਐਸਾ ਬਣਿਆ ਹੋਇਆ ਹੈ, ਲੇਕਿਨ ਜੇ ਅਸੀਂ ਸ੍ਰਿਸ਼ਟੀ ਦੀ ਸ਼ੁਰੂਆਤ ਦੇਖੀਏ ਸੋ ਸ਼ੁਰੂਆਤ ਵਿੱਚ ਜਦ ਸਭ ਕੁਝ ਇਨ ਅਬੰਡੈਂਸ ਸੀਗਾ, ਸਭ ਕੁਝ ਹੁੰਦਾ ਸੀਗਾ, ਤੇ ਉਸ ਵੇਲੇ ਸਭ ਦੇ ਸੰਸਕਾਰ ਵੀ ਆਪਸ ਚ ਮਿਲਦੇ ਸੀਗੇ, ਜਿਹਨੂੰ ਹੈਵਨ ਗੋਲਡਨ ਏਜ ਕਹਿੰਦੇ ਆ। ਸੋ ਜਦ ਸਭ ਦੇ ਸਾਡੇ ਆਪਸ ਸੰਸਕਾਰ ਮਿਲਣਗੇ ਤੇ ਸਾਨੂੰ ਇੱਕ ਦੂਜੇ ਤੋਂ ਕੁਝ ਲੈਣ ਦੀ ਭਾਵਨਾ ਨਹੀਂ ਹੁੰਦੀ, ਫਿਰ ਕਨਫਲਿਕਟ ਵੀ ਕੋਈ ਨਹੀਂ ਹੁੰਦਾ। ਇੱਕ ਦੇਣ ਦੀ ਜਿੱਥੇ ਭਾਵਨਾ ਹੋਏਗੀ, ਅਗਲੇ ਨੂੰ ਸੁੱਖ ਦੇਣ ਦੀ, ਖੁਸ਼ੀ ਦੇਣ ਦੀ, ਸ਼ਕਤੀਆਂ ਸ਼ਾਂਤੀ ਦੇਣ ਦੀ ਭਾਵਨਾ ਹੋਏਗੀ, ਉੱਥੇ ਕਨਫਲਿਕਟ ਨਹੀਂ ਹੋਏਗਾ। ਇੱਥੇ ਇਹ ਵੀ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਕਿਸੇ ਨਾਲ ਆਪਣੀ ਬਹੁਤ ਬਣਦੀ ਹੈ, ਹਾਲਾਂਕਿ ਦੋਵਾਂ ਦਾ ਨੇਚਰ ਸੇਮ ਹੋਏਗਾ, ਲੇਕਿਨ ਕਿਸੇ ਨਾਲ ਤੁਹਾਡੀ ਬਹੁਤ ਬਣ ਰਹੀ ਹੈ, ਲੇਕਿਨ ਕੋਈ ਬੰਦਾ ਤੁਹਾਡੇ ਨਾਲ ਅਗਰ ਪਿਆਰ ਨਾਲ ਵੀ ਗੱਲ ਕਰ ਰਿਹਾ, ਉਹਦੇ ਨਾਲ ਵੀ ਤੁਹਾਡੀ ਹਰ ਗੱਲ 'ਚ ਝਗੜਾ ਹੋ ਰਿਹਾ ਹੈ। ਇਹਦੇ ਨਾਲ ਕੋਈ ਕਰਮਾਂ ਦਾ ਵੀ ਕੋਈ ਰਿਲੇਸ਼ਨ ਹੁੰਦਾ ਹੈ? ਉਹ ਵੀ ਮੈਂ ਜਾਣਨਾ ਚਾਹਾਂਗੀ। ਬਿਲਕੁਲ, ਇਹ ਦੇਖਿਆ ਗਿਆ ਕਿ ਕਦੇ ਕਦੇ ਸਪੋਜ਼ ਜਿੰਜ ਕੋਈ ਹਸਬੈਂਡ ਵਾਈਫ ਹੈਗੇ ਜਾਂ ਦੋ ਪਾਰਟਨਰ ਹੈਗੇ ਹੈ, ਇੰਡੀਵਿਜੂਅਲੀ ਉਹ ਦੋਨੋਂ ਪਾਰਟਨਰਸ ਨੂੰ ਦੇਖਿਆ ਜਾਏ ਤੇ ਬੜੇ ਹਰ ਬੰਦਾ ਕਹਿੰਦਾ ਕਿ ਇਹ ਤੇ ਸਭ ਤੋਂ ਵਧੀਆ ਇਨਸਾਨ ਹੈ, ਇਸ ਤੋਂ ਵਧੀਆ ਕੋਈ ਹੈਗਾ ਹੀ ਨਹੀਂ ਹੈ। ਬਟ ਜੋ ਆਪਸ 'ਚ ਮਿਲ ਕੇ ਕੁਝ ਕਰਦੇ ਹੈ, ਕੰਮ ਕਰਦੇ ਹੈ, ਤੇ ਉਸ ਵੇਲੇ ਝਗੜਾ ਹੁੰਦਾ ਹੈ, ਕਿਉਂਕਿ ਪਿਛਲੇ ਵੀ ਸਾਡੇ ਕਾਰਮਿਕ ਅਕਾਊਂਟ ਇਹਦੇ ਨਾਲ ਜੁੜੇ ਹੁੰਦੇ ਹੈ। ਤੇ ਜਦ ਤੱਕ ਕੋਈ ਹਿਸਾਬ ਕਿਤਾਬ ਸਾਡੇ ਪੂਰੇ ਨਹੀਂ ਹੁੰਦੇ, ਜੇ ਅਵੋਇਡ ਕਰ ਵੀ ਲਓ, ਕੁਛ ਨਾ ਕੁਛ ਹੱਦ ਤੱਕ ਕਦੇ ਕਦੇ ਕਨਫਲਿਕਟ ਹੋ ਵੀ ਜਾਂਦਾ ਹੈ। ਐਂਡ ਇਹੋ ਜਿਹੀ ਸਿਚੁਏਸ਼ਨ ਵਿੱਚ ਅਸੀਂ ਜਿੰਜ ਇੱਕ ਅਨੁਮਾਨ ਲਗਾਉਂਦੇ ਹਾਂ, ਬਹੁਤ ਸਾਰਾ ਕਨਫਲਿਕਟ ਦਾ, ਮਨਮੋਟਾਵ ਦਾ ਰੀਜ਼ਨ ਹੈ ਕਿ ਅਸੀਂ ਅਨੁਮਾਨ ਲਗਾਉਂਦੇ ਹਾਂ ਅਗਲੇ ਦੇ ਬਾਰੇ ਕਿ ਅਗਲਾ ਐਸਾ ਹੈ, ਇਹ ਸਾਡੇ ਤੇ ਟਰਸਟ ਨਹੀਂ ਕਰਦਾ, ਸਾਡੇ ਤੇ ਫੇਥ ਨਹੀਂ ਕਰਦਾ, ਐਂਡ ਉਸ ਕਰਕੇ ਵੀ ਇੱਕ ਜਿਸ ਤਰ੍ਹਾਂ ਕੀ ਹੈ ਝਗੜੇ ਦਾ ਕਾਰਨ ਬਣ ਜਾਂਦਾ ਹੈ, ਕਨਫਲਿਕਟ ਜਿਹਾ ਪੈਦਾ ਹੋ ਜਾਂਦਾ, ਸਿਰਫ ਇੱਕ ਅੰਦਾਜ਼ਾ ਲਗਾਉਣਾ। ਇੱਕ ਇਹਦੀ ਇੱਕ ਬੜੀ ਇੱਕ ਵਧੀਆ ਇੱਕ ਟੇਲ ਹੈਗੀ ਹੈ, ਸਟੋਰੀ, ਇੱਕ ਇਜਿਪਸ਼ੀਅਨ ਚਰਚ ਦੀ ਗੱਲ ਹੈ। ਤੇ ਉਸ ਇਜਿਪਸ਼ੀਅਨ ਚਰਚ ਸੀਗੀ ਇੱਕ ਸਮਵੇਅਰ ਕਾਇਰੋ ਮੇਰੇ ਖਿਆਲ, ਉੱਥੇ ਬੜੀ ਪੂਅਰ ਚਰਚ ਸੀਗੀ, ਉਹਨਾਂ ਕੋਲ ਬਹੁਤਾ ਕੋਈ ਪੈਸਾ ਵੈਲਥ ਨਹੀਂ ਸੀਗੀ, ਐਂਡ ਉੱਥੇ ਦੀ ਜਿਹੜੀ ਮੇਨ ਐਸੈਟ ਸੀਗਾ ਉਹ ਸੀਗਾ, ਉੱਥੇ ਉਹਨਾਂ ਕੋਲ 3 ਵਰਜ਼ਨਸ ਆਫ ਬਾਈਬਲ ਜਾਂ ਇੰਜ ਕੋਈ ਸੀਗੀਆਂ, ਉਹ ਵੈਲਿਊਬਲ ਮੰਨੀਆਂ ਜਾਂਦੀਆਂ ਸੀਗੀਆਂ।
ਸੋ ਉੱਥੇ ਦਾ ਜਿਹੜਾ ਮੇਨ ਪਾਦਰੀ ਸੀਗਾ, ਉਹਦਾ ਬੇਟਾ ਤੇ ਹੋਰ ਲੋਕ ਰਹਿੰਦੇ ਸੀਗੇ ਉੱਥੇ। ਸੋ ਇੱਕ ਦਿਨ ਚੋਰ ਗਿਆ ਉੱਥੇ ਤੇ ਉਹਨੇ ਜਾ ਕੇ ਦੇਖਿਆ ਇੱਥੇ ਤੇ ਕੁਝ ਹੈ ਨਹੀਂ, ਮੈਂ 3 ਕਿਤਾਬਾਂ ਹੀ ਮੈਂ ਚੁੱਕ ਕੇ ਲੈ ਜਾਣਾ। ਤੇ ਉਹ 3 ਕਿਤਾਬਾਂ ਚੁੱਕ ਕੇ ਭੱਜਿਆ। ਅੱਛਾ। ਜਦੋਂ ਭੱਜ ਰਿਹਾ ਸੀ, ਉਹ ਖਿੜਕੀ ਤੋਂ ਟੱਪਣ ਲੱਗਿਆ, ਉਹਦੀ ਇੱਕ ਕਿਤਾਬ ਉੱਥੇ ਗਿਰ ਗਈ। ਅੱਛਾ। ਉਹ ਫਿਰ ਵੀ ਉਹ ਨਿਕਲ ਗਿਆ, ਉਹ ਭੱਜ ਗਿਆ, ਉਹ 2 ਚੱਕ ਕੇ। ਉੱਥੇ ਦਾ ਜਿਹੜਾ ਪਾਦਰੀ ਸੀ, ਉਹਦੇ ਬੇਟੇ ਨੇ ਦੇਖਿਆ ਹੋਇਆ ਕੀ, ਉਹਨੇ ਕਿਹਾ ਸਾਡੀ ਇੱਕ ਹੀ ਵੈਲਿਊਬਲ ਚੀਜ਼ ਇਹ ਵੀ ਇਹ ਚੁੱਕ ਕੇ ਲੈ ਗਿਆ। ਉਹਨੇ ਉਹ ਚੁੱਕੀ ਕਿਤਾਬ ਜਿਹੜੀ ਉਹ ਛੱਡ ਗਿਆ ਤੇ ਉਹਦੇ ਪਿੱਛੇ ਭੱਜ ਗਿਆ। ਅੱਛਾ। ਤੇ ਦੋਨਾਂ ਨੇ ਦੌੜਨਾ ਸ਼ੁਰੂ ਕਰਤਾ। ਜਿਹੜਾ ਅੱਗੇ ਭੱਜ ਰਿਹਾ ਸੀ, ਉਹਨੇ ਵੀ ਦੇਖਿਆ ਮੇਰੇ ਪਿੱਛੇ ਇੰਨੀ ਜ਼ੋਰ ਦੀ ਇਹ ਬੰਦਾ ਆਈ ਜਾ ਰਿਹਾ, ਤੇ ਉਹਨੇ ਵੀ ਉਹ ਭਾਰੀ ਚੁੱਕੀਆਂ ਹੋਈਆਂ ਸੀ, ਤੇ ਅੱਗੇ ਜਾ ਕੇ ਬਹੁਤ ਉਹਨੂੰ ਸਾਹ ਆ ਗਿਆ। ਅੱਗੇ ਜਾ ਕੇ ਉਹ ਗਿਰ ਗਿਆ ਜ਼ਮੀਨ ਤੇ। ਜਦੋਂ ਗਿਰ ਗਿਆ, ਉਹਨੇ ਕਿਹਾ ਹੁਣ ਤੇ ਮੇਰੇ ਨਾਲ ਜੋ ਹੋਣਾ ਹੈ ਹੋਣਾ ਹੀ ਹੈ, ਹੁਣ ਤੇ ਕੁਛ ਨਹੀਂ ਹੋ ਸਕਦਾ। ਸੋ ਪਾਦਰੀ ਦਾ ਬੇਟਾ ਉਹਦੇ ਕੋਲ ਪਹੁੰਚਿਆ ਤੇ ਉਹਨੂੰ ਉਠਾਇਆ। ਉਠਾ ਕੇ ਉਹਨੂੰ ਕਿਹਾ ਕਿ ਤੂੰ ਇਹ ਜਿਹੜੀ 2 ਕਿਤਾਬਾਂ ਲੈ ਕੇ ਜਾ ਰਿਹਾ ਨਾ, ਐਕਚੁਅਲੀ ਇਹ ਇਨਕੰਪਲੀਟ ਹੈਗੀਆਂ, ਇਹ ਪੂਰੀਆਂ ਨਹੀਂ ਹੈਗੀਆਂ। ਤੂੰ ਇਹ ਵਾਲੀ ਕਿਤਾਬ ਵੀ ਲੈ ਜਾ ਆਪਣੇ ਨਾਲ। ਸੋ ਇਹ ਕਿਹਾ, ਅਨੁਮਾਨ ਲਗਾ ਕੇ ਬੰਦਾ ਸੋਚਦਾ ਕੀ ਹੈ ਤੇ ਹੁੰਦਾ ਕੀ ਹੈ। ਉਹ ਸੋਚ ਰਿਹਾ ਕਿ ਇਹ ਮੈਨੂੰ ਫੜਨ ਲਈ ਮੇਰੇ ਪਿੱਛੇ ਪਿਆ ਹੋਇਆ ਹੈ, ਬਟ ਐਕਚੁਅਲ 'ਚ ਉਹਦੇ ਭਲੇ ਲਈ ਉਹਦੇ ਪਿੱਛੇ ਜਾ ਰਿਹਾ ਸੀ। ਹਾਂ, ਇਹ ਗੱਲ ਵੀ ਇੱਕ ਦੇਖਿਆ ਜਾਵੇ ਤਾਂ ਆਮ ਤੌਰ 'ਤੇ ਬਹੁਤ ਕਾਮਨਲੀ ਦੇਖਣ ਨੂੰ ਮਿਲਦੀ ਹੈ ਕਿ ਅਸੀਂ ਬੜੇ ਜਜਮੈਂਟਲ ਜਿਹੇ ਹੋ ਜਾਂਦੇ ਹਾਂ ਸਿਚੁਏਸ਼ਨਸ ਨੂੰ ਲੈ ਕੇ, ਔਰ ਸਾਹਮਣੇ ਵਾਲੇ ਦੇ ਨੇਚਰ ਨੂੰ ਲੈ ਕੇ ਵੀ ਬਹੁਤ ਜਜਮੈਂਟਲ ਹੋ ਜਾਂਦੇ ਹਾਂ। ਪਰ ਹੁਣ ਜੇ ਤੁਸੀਂ ਗੱਲ ਕੀਤੀ ਐਕਸੈਪਟੈਂਸ ਦੀ, ਤੁਸੀਂ ਇੱਕ ਹੱਲ ਦਿੱਤਾ ਸਾਨੂੰ ਕਿ ਅਗਰ ਝਗੜੇ ਨੂੰ ਤੁਸੀਂ ਮੁਕਾਉਣਾ ਹੈ ਤਾਂ ਕਿਤੇ ਨਾ ਕਿਤੇ ਐਕਸੈਪਟ ਕਰਨ ਦੀ ਲੋੜ ਹੈ, ਸਾਹਮਣੇ ਵਾਲੇ ਦੇ ਵਿਊ ਪੁਆਇੰਟ ਨੂੰ ਸਮਝਣ ਦੀ ਲੋੜ ਹੈ। ਇੱਥੇ ਇੱਕ ਹੋਰ ਸਵਾਲ ਜੋ ਆਉਂਦਾ ਹੈ ਮੇਰੇ ਜ਼ਿਹਨ 'ਚ ਕਿ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਪਤਾ ਹੈ ਸਿਚੁਏਸ਼ਨ ਕੀ ਹੈ, ਸਾਹਮਣੇ ਵਾਲਾ ਗਲਤ ਹੈ, ਆਪਾਂ ਸਹੀ ਹਾਂ, ਇਹ ਵੀ ਪਤਾ ਹੈ। ਹੁਣ ਤੁਸੀਂ ਐਕਸੈਪਟ ਵੀ ਕਰ ਲਿਆ, ਲੇਕਿਨ ਐਕਸੈਪਟ ਕਰਨ ਤੋਂ ਬਾਅਦ ਵੀ ਅੰਦਰ ਉਹ ਜੋ ਰਹਿੰਦਾ ਹੈ ਫੀਲਿੰਗ ਕਿ ਨਹੀਂ ਯਾਰ ਉਹ ਗਲਤ ਸੀ, ਫਿਰ ਵੀ ਉਹਨੂੰ ਸਬਕ ਨਹੀਂ ਸਿਖਾ ਸਕੇ ਅਸੀਂ, ਉਹ ਅੰਦਰ ਹੀ ਅੰਦਰ ਅਸੀਂ ਕੁੜਦੇ ਰਹਿੰਦੇ ਹਾਂ। ਉਹਦਾ ਫਿਰ ਮੈਨੂੰ ਲੱਗਦਾ ਕਿ ਇਹ ਐਪਰੋਪਰੀਏਟ ਸੋਲਿਊਸ਼ਨ ਕਿੱਦਾਂ ਨਿਕਲ ਕੇ ਆਵੇਗਾ? ਇਹ ਉਹੀ ਗੱਲ ਹੋਈ ਕਿ ਤੁਹਾਡਾ ਆਊਟਰ ਕੌਨਫਲਿਕਟ ਨਹੀਂ ਹੋਇਆ, ਮਗਰ ਇਨਰ ਕੌਨਫਲਿਕਟ ਫਿਰ ਵੀ ਚੱਲੀ ਜਾ ਰਿਹਾ। ਤੇ ਜਦ ਤੱਕ ਇਨਰ ਕੌਨਫਲਿਕਟ ਚੱਲੀ ਜਾਏਗਾ, ਤੁਸੀਂ ਉਹਦੇ ਨਾਲ ਅਫੈਕਟ ਹੁੰਦੇ ਰਹੋਗੇ। ਪਰ ਇਹ ਇਨਰ ਕੌਨਫਲਿਕਟ ਨੂੰ ਅਸੀਂ ਕਿੱਦਾਂ ਖਤਮ ਕਰ ਸਕਦੇ ਹਾਂ? ਇਹੀ ਇੱਕ ਸੋਚ ਹੈਗੀ ਹੈ, ਇਹੀ ਇੱਕ ਆਪਣੇ ਆਪ ਵਿੱਚ ਆਪਣੇ ਆਪ ਨੂੰ ਅਸੀਂ ਗਰੋ ਕਰਨਾ ਹੈ, ਜਿਹਨੂੰ ਕਿ ਇੱਕ ਆਪਣੀ ਸੈਲਫ ਰਿਸਪੈਕਟ, ਆਪਣੀ ਇੱਕ ਆਪਣਾ ਸੈਲਫ ਕੌਨਫੀਡੈਂਸ ਕਿ ਜੋ ਮੈਂ ਹੈਗਾ, ਮੈਂ ਇੱਕ ਦੂਜੇ ਨੂੰ ਅਗਲੇ ਨੂੰ ਬਦਲਣਾ ਨਹੀਂ ਹੈ, ਬਟ ਇੱਕ ਆਪਣੀ ਜੋ ਇੱਕ ਸੈਲਫ ਐਸਟੀਮ ਹੁੰਦੀ ਹੈ ਕਿ ਆਪਣੇ ਆਪ ਨੂੰ ਅਸੀਂ ਪ੍ਰੂਵ ਨਹੀਂ ਕਰਨਾ ਦੂਜੇ ਨੂੰ। ਇੱਕ ਬੜਾ ਇੱਕ ਅੱਜ ਕੱਲ੍ਹ ਹੈਗਾ ਜਾਂ ਹਮੇਸ਼ਾ ਹੀ ਰਿਹਾ ਕਿ ਆਪਣੇ ਆਪ ਨੂੰ ਪ੍ਰੂਵ ਕਰਨਾ ਕਿ ਮੈਂ ਸਹੀ ਹਾਂ। ਫਿਰ ਐਜ਼ ਇੱਕ ਸੈਲਫ ਕੌਨਫੀਡੈਂਟ ਇਨਸਾਨ ਹੁੰਦਾ, ਉਹਨੂੰ ਦੂਜੇ ਨੂੰ ਪ੍ਰੂਵ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਿ ਉਹਨੂੰ ਸਬਕ ਸਿਖਾਉਣ ਦੀ ਜਾਂ ਦੱਸਣ ਦੀ ਜਾਂ ਕਹਿਣ ਦੀ। ਉਹ ਸਮੇਂ ਆਪੇ ਹਰ ਚੀਜ਼ ਦੱਸ ਦਿੰਦਾ। ਐਂਡ ਜਿਸ ਤਰ੍ਹਾਂ ਕੀ ਹੈ ਇੱਕ ਵਿਊ ਜੇ ਅਸੀਂ ਰੱਖੀਏ ਕਿ ਕਿਆ ਡਰਾਮਾ ਚੱਲ ਰਿਹਾ, ਚਲ ਜੋ ਹੋ ਰਿਹਾ ਹੁੰਦਾ ਵੀ ਰਿਹਾ ਤੇ ਹੁੰਦਾ ਵੀ ਰਹੇਗਾ। ਤੇ ਜਿਹਨੂੰ ਇੱਕ ਕਹਿੰਦੇ ਆ ਕਿ ਤੁਸੀਂ ਹਰ ਗੱਲ ਨੂੰ ਸਮੇਟਣ ਦੀ ਸ਼ਕਤੀ ਰੱਖੋ। ਹਾਂਜੀ, ਇਹ ਸਭ ਸ਼ਕਤੀਆਂ ਸਾਨੂੰ ਚਾਹੀਦੀਆਂ, ਇੱਕ ਇੱਕ ਕਰਕੇ ਸਾਡੇ ਵਿੱਚ ਆਉਂਦੀਆਂ ਯੋਗ ਨਾਲ, ਗਿਆਨ ਨਾਲ, ਕਿ ਜੋ ਵੀ ਹੋ ਗਿਆ ਉਹਨੂੰ ਫੁੱਲ ਸਟਾਪ ਲਗਾ ਪਾਣਾ। ਪਰ ਅਗਰ ਸਾਨੂੰ ਦਿਖ ਰਿਹਾ ਸਾਡਾ ਹੀ ਨੁਕਸਾਨ ਹੋ ਰਿਹਾ ਉਹਦੇ 'ਚ, ਮੰਨ ਲਓ ਇੱਕ ਛੋਟਾ ਜਿਹਾ ਉਦਾਹਰਨ ਲੈਂਦੇ ਹਾਂ, ਨਵੀਂ ਗੱਡੀ ਲੈ ਕੇ ਆਏ, ਠੀਕ ਹੈ, ਔਰ ਪੜੋਸੀ ਦੇ ਬੱਚੇ ਨੇ ਜਾਂ ਫਿਰ ਗਲਤੀ ਨਾਲ ਉਹ ਪੱਥਰ ਦਾ ਸਕ੍ਰੈਚ ਮਾਰਤਾ। ਨਵੀਂ BMW ਆਈ ਹੈ ਜੀ, ਜੋ ਤੁਸੀਂ ਇੰਨੇ ਕਰੋੜਾਂ ਦੀ ਖਰੀਦੀ ਹੈ, ਉਹਦੇ 'ਤੇ ਸਕ੍ਰੈਚ ਪਾਤਾ। ਹੁਣ ਇਹੋ ਜਿਹੀ ਸਿਚੁਏਸ਼ਨ 'ਚ ਨੁਕਸਾਨ ਤਾਂ ਮੇਰਾ ਹੋ ਗਿਆ। ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਉਹਨੂੰ ਐਕਸੈਪਟ ਕਰ ਲਾਂ ਔਰ ਉਹ ਬੱਚੇ ਨੂੰ ਡਾਂਟਾਂ ਵੀ ਨਾ, ਇਹ ਕਿੱਦਾਂ ਪੋਸੀਬਲ ਹੈ? ਨਹੀਂ, ਐਕਸੈਪਟ ਤੇ ਇਹ ਕਰਨਾ ਕਿ ਹੁਣ ਤੇ ਉਹ ਨੁਕਸਾਨ ਜੋ ਹੋਣਾ ਹੋ ਗਿਆ, ਤੇ ਅਗਲੇ ਨੂੰ ਸਮਝਾਉਣਾ, ਅਗਲੇ ਨੂੰ ਕਹਿਣਾ, ਇਹਦੇ 'ਚ ਕੋਈ ਗਲਤੀ ਨਹੀਂ ਹੈ। ਓਨਲੀ ਥਿੰਗ ਇਜ਼ ਤੁਸੀਂ ਕਿਸ ਤਰੀਕੇ ਨਾਲ ਕਹੋਗੇ ਤੇ ਤਾਂ ਕਿ ਅਗਲਾ ਸਮਝੇ ਵੀ ਗੱਲ ਨੂੰ। ਮਗਰ ਇਹਦੇ ਕਰਕੇ ਆਪਣੇ ਆਪ ਨੂੰ ਡਿਸਟਰਬ ਕਰ ਲੈਣਾ, ਇੱਕ ਆਪਣੀ ਇੱਕ ਅਟੈਚਮੈਂਟ ਬਣਾ ਲੈਣਾ, ਭਾਵੇਂ ਤੁਹਾਡੀ ਉਹ ਨਵੀਂ BMW ਹੋਵੇ ਜਿਹਨੂੰ ਤੁਸੀਂ ਕਹਿ ਰਹੇ ਹੋ, ਮਗਰ ਉਹਦੇ ਕਰਕੇ ਦੁਖੀ ਹੋ ਜਾਣਾ ਤੇ ਆਪਣੇ ਵਿੱਚ ਫਰਸਟ੍ਰੇਸ਼ਨ ਲੈ ਆਉਣਾ, ਗੁੱਸਾ ਲੈ ਆਉਣਾ, ਉਹ ਚੀਜ਼ ਨੂੰ ਅਸੀਂ ਆਪਣੇ ਆਪ ਤੋਂ, ਉਸ ਗੱਲ ਤੋਂ ਅਸੀਂ ਬਚਾਉਣਾ। ਮਤਲਬ ਅੰਦਰ ਦੀ ਜੋ ਸਿਚੁਏਸ਼ਨ ਹੈ ਸਾਨੂੰ ਉਹਦੀ ਸੰਭਾਲ ਕਰਨ ਦੀ ਲੋੜ ਹੈ। ਬਿਲਕੁਲ, ਬਿਕੋਜ਼ ਇਹ ਜੋ ਹੋ ਰਿਹਾ ਇਹ ਹੋਣਾ, ਇਹ ਸਮੇਂ ਹੀ ਚੱਲ ਰਿਹਾ। ਸਭ ਕੁਝ ਵੀ ਠੀਕ ਕਰਦੇ ਰਹੋ, ਫਿਰ ਵੀ ਕੁਛ ਨਾ ਕੁਛ ਗਲਤ ਹੁੰਦੇ ਹੀ ਰਹਿਣਾ।
ਪਰ ਬਹੁਤ ਵਾਰ ਇਹ ਵੀ ਦੇਖਿਆ ਜਾਂਦਾ ਹੈ, ਇਹ ਜੋ ਬਦਲਾ ਲੈਣ ਦੀ ਜੋ ਭਾਵਨਾ ਆ ਜਾਂਦੀ ਹੈ, ਇਹਦੇ 'ਚ ਇੱਕ ਐਗਜ਼ਾਮਪਲ ਜੇ ਮੈਂ ਛੋਟਾ ਜਿਹਾ ਦੇਵਾਂ ਕਿ ਇੱਕ ਮੇਰੇ ਹੀ ਫਰੈਂਡ ਹੈ, ਕਾਮਨ ਫਰੈਂਡ, ਉਹਦੇ ਜੋ ਵੀ ਫਰੈਂਡ ਸੀ ਉਹਦੇ ਤੋਂ ਉਹਨੂੰ ਧੋਖਾ ਮਿਲਿਆ, ਠੀਕ ਹੈ ਨਾ, ਅਤੇ ਉਹਦੇ ਅੰਦਰ ਬਦਲਾ ਲੈਣ ਦੀ ਉਹ ਭਾਵਨਾ ਆ ਗਈ, ਅਤੇ ਹੁਣ ਉਹ ਸਿਚੁਏਸ਼ਨ ਅੰਦਰ ਹੀ ਅੰਦਰ ਕੁੜੀ ਜਾ ਰਹੀ ਹੈ ਕਿ ਇਹ ਬੰਦੇ ਨੇ ਮੈਨੂੰ ਧੋਖਾ ਦਿੱਤਾ, ਤਾਂ ਮੈਂ ਇੱਦਾਂ ਚੁੱਪ ਤਾਂ ਨਹੀਂ ਬੈਠ ਸਕਦੀ, ਮੈਂ ਉਹਨੂੰ ਐਕਸੈਪਟ ਕਰਕੇ ਚੁੱਪ ਨਹੀਂ ਬੈਠ ਸਕਦੀ। ਤਾਂ ਉਹਨੇ ਕੀ ਕੀਤਾ, ਉਹਨੇ ਉਹਦੀ ਜੋ ਵੀ ਜੋ ਫਰੈਂਡ ਸੀ ਜਿਹਦੇ ਨਾਲ ਉਹਦੀ ਇੰਗੇਜਮੈਂਟ ਹੋਣ ਵਾਲੀ ਸੀ, ਉਹਨੂੰ ਆਪਣੀਆਂ ਸਾਰੀਆਂ ਚੀਜ਼ਾਂ ਦੱਸਤੀਆਂ ਔਰ ਉਹਨੂੰ ਕੁਝ ਫੋਟੋਆਂ ਵੀ ਭੇਜਤੀਆਂ, ਅਤੇ ਇਹੋ ਜਿਹੀ ਸਿਚੁਏਸ਼ਨ ਉਹਨੇ ਕਰਤੀ ਕਿ ਉਹਨਾਂ ਦੀ ਇੰਗੇਜਮੈਂਟ ਟੁੱਟ ਗਈ। ਫਿਰ ਮੈਂ ਇਹਨੂੰ ਪੁੱਛਿਆ ਕਿ ਯਾਰ ਤੂੰ ਇੱਦਾਂ ਕਿਉਂ ਕੀਤਾ, ਉਹਨੇ ਤੇਰੇ ਨਾਲ ਗਲਤ ਕੀਤਾ ਲੇਕਿਨ ਤੂੰ ਵੀ ਤਾਂ ਗਲਤ ਕੀਤਾ, ਤੈਨੂੰ ਮਿਲਿਆ ਕੀ? ਤਾਂ ਉਹਦਾ ਮੈਨੂੰ ਇਹ ਜਵਾਬ ਸੀ ਕਿ ਮੈਂ ਸੈਟਿਸਫਾਈਡ ਹਾਂ, ਹੁਣ ਉਹਨੇ ਮੇਰੇ ਨਾਲ ਇੱਦਾਂ ਕੀਤਾ ਨਾ, ਹੁਣ ਉਹ ਵੀ ਖੁਸ਼ ਨਹੀਂ ਹੈ, ਤਾਂ ਉਹ ਦੇਖ ਕੇ ਮੈਂ ਖੁਸ਼ ਹਾਂ। ਮਤਲਬ ਬਹੁਤ ਵਾਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਨੂੰ ਖੁਸ਼ੀ ਮਿਲਦੀ ਹੈ ਉਸ ਚੀਜ਼ 'ਚ, ਸੈਲਫ ਸੈਟਿਸਫੈਕਸ਼ਨ ਉਸ ਚੀਜ਼ 'ਚ ਮਿਲਦਾ ਹੈ। ਇਸ ਚੀਜ਼ ਨੂੰ ਕਿੱਦਾਂ ਅਸੀਂ ਅਵੋਇਡ ਕਰੀਏ? ਪਹਿਲੇ ਤੇ ਅਸੀਂ ਇਹ ਦੇਖੀਏ ਕਿ ਇਸ ਪੈਨ ਦੇ ਵਿੱਚ ਉਹ ਬਦਲੇ ਦੀ ਭਾਵਨਾ ਆਈ ਉਹ ਕਿਉਂ, ਤੇ ਉਹ ਭਾਵਨਾ ਇਸ ਕਰਕੇ ਆਈ ਕਿਉਂਕਿ ਉਹ ਪੈਨ ਪਹਿਲੇ ਹੀ ਆਪਣੇ ਵਿੱਚ ਭਰਪੂਰ ਨਹੀਂ ਸੀਗੀ, ਕਿਤੇ ਕੁਝ ਖਾਲੀਪਨ ਸੀਗਾ, ਉਹ ਆਪਣੀ ਇਮੋਸ਼ਨਸ ਵਾਸਤੇ, ਆਪਣੀ ਖੁਸ਼ੀ ਵਾਸਤੇ ਕਿਸੇ ਹੋਰ ਤੇ ਡਿਪੈਂਡ ਸੀਗੀ, ਤੇ ਉਹਨੂੰ ਲੱਗਿਆ ਉਹਨੂੰ ਇੱਕ ਸਿਕਿਉਰਿਟੀ ਮਿਲ ਰਹੀ ਸੀ ਉੱਥੋਂ। ਜਦ ਉਹ ਇਮੋਸ਼ਨਲ ਅਟੈਚਮੈਂਟ, ਉਹ ਸਿਕਿਉਰਿਟੀ, ਉਹ ਆਰਟੀਫਿਸ਼ੀਅਲ ਸੈਂਸ ਆਫ ਖੁਸ਼ੀ ਜਦ ਉਹ ਤੋਂ ਦੂਰ ਗਈ, ਫਿਰ ਉਹਨੂੰ ਰਿਅਲਾਈਜ਼ ਹੋਇਆ। ਹਾਲਾਂਕਿ ਜੇ ਉਹ ਸ਼ੁਰੂ ਤੋਂ ਹੀ ਥੋੜੀ ਭਰਪੂਰਤਾ ਦੀ ਸਟੇਜ ਤੇ ਹੁੰਦੀ, ਤੇ ਜ਼ਿੰਦਗੀ 'ਚ ਜੋ ਵੀ ਕੁਝ ਇਹੋ ਜਿਹਾ ਹੁੰਦਾ ਹੈ ਉਹਦੇ ਨਾਲ ਇਨਸਾਨ ਡਿਸਟਰਬ ਨਹੀਂ ਹੁੰਦਾ। ਦੂਜਾ, ਬਦਲਾ ਲੈ ਕੇ ਇੱਕ ਤੇ ਤੁਸੀਂ ਆਪਣਾ ਇੱਕ ਕਾਰਮਿਕ ਅਕਾਊਂਟ ਕ੍ਰੀਏਟ ਕਰ ਲਿਆ ਤਾਂ ਕਿ ਜੋ ਅੱਜ ਕੀਤਾ ਉਹ ਦੁਬਾਰਾ ਕੱਲ ਤੋਂ ਫਿਰ ਹੋਣਾ ਆਪਣੇ ਨਾਲ। ਤੇ ਤੀਜਾ, ਤੁਸੀਂ ਕਿਸੇ ਨੂੰ ਦੁੱਖ ਪਹੁੰਚਾਇਆ, ਉਹਦੇ ਨੈਗੇਟਿਵ ਇਮੋਸ਼ਨ ਵੀ ਤੁਹਾਨੂੰ ਇਫੈਕਟ ਕਰਨਗੇ, ਉਹ ਵੀ ਤੁਹਾਨੂੰ ਦੁੱਖ ਪਹੁੰਚਾਉਣਗੇ। ਸੋ ਉੱਪਰੋਂ ਦੀ ਸਾਨੂੰ ਲੱਗਦਾ ਹੈ ਕਿ ਹਾਂ ਅਸੀਂ ਅਗਲੇ ਨੂੰ ਕੁਝ ਕਹਿਤਾ, ਗੁੱਸਾ ਕਰਤਾ, ਉਹਨੂੰ ਨੀਚਾ ਦਿਖਾਤਾ, ਸ਼ੁਰੂ 'ਚ ਲੱਗਦਾ, ਉੱਪਰੋਂ ਦੀ ਇਹ ਲੱਗਦਾ ਹੈ, ਬਟ ਅੰਦਰੋਂ ਦੀ ਅਸੀਂ ਆਪਣੇ ਨੂੰ ਹੀ ਤੰਗ ਕਰ ਰਹੇ ਹਾਂ ਇਹ ਸਾਰੀ ਚੀਜ਼ਾਂ ਕਰਕੇ। ਮਤਲਬ ਉਹ ਅੰਦਰ ਵਾਲਾ ਜੋ ਭਾਵ ਹੈ ਉਹ ਆਪਾਂ ਨੂੰ ਲੱਗਦਾ ਹੈ ਕਿ ਹਾਂ ਮੈਂ ਸੈਟਿਸਫਾਈਡ ਹਾਂ, ਹੁਣ ਮੇਰੀ ਤ੍ਰਿਪਤੀ ਹੋ ਗਈ ਹੈ, ਲੇਕਿਨ ਐਕਚੁਅਲ 'ਚ ਅੰਦਰ ਤੁਸੀਂ ਕਮਜ਼ੋਰ ਹੁੰਦੇ ਜਾਂਦੇ ਹੋ ਕਿਤੇ ਨਾ ਕਿਤੇ, ਅਗਰ ਐਕਚੁਅਲ ਆਪਣੇ ਅੰਦਰ ਤੁਸੀਂ ਗੱਲ ਕਰੋ ਤਾਂ। ਅੱਜ ਦੀ ਜੋ ਵੀ ਚਰਚਾ ਹੋਈ ਸਾਹਿਲ ਭਾਈ ਸਾਹਿਬ, ਸਮੇਂ ਦੀ ਘਾਟ ਹੈ, ਅਦਰਵਾਈਜ਼ ਹੋਰ ਵੀ ਬਹੁਤ ਸਾਰੇ, ਬਿਕੋਜ਼ ਝਗੜਾ ਟੌਪਿਕ ਹੀ ਇਹੋ ਜਿਹਾ ਹੈ ਕਿ ਇਹਦੇ ਨਾਲ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਹੈ, ਅਤੇ ਮੈਂ ਚਾਹਾਂਗੀ ਕਿ ਅਸੀਂ ਇਸ ਕੜੀ ਨੂੰ ਅਗਲੇ ਐਪੀਸੋਡ 'ਚ ਹੋਰ ਅੱਗੇ ਲੈ ਕੇ ਔਰ ਇਹਨੂੰ ਹੋਰ ਗੂੜੀ ਤਰੀਕੇ ਨਾਲ ਇਹਦੇ ਸੋਲਿਊਸ਼ਨਸ ਕੱਢਣ ਦੀ ਕੋਸ਼ਿਸ਼ ਕਰੀਏ ਔਰ ਅਵੋਇਡ ਕਰ ਸਕੀਏ ਕਿ ਹਰ ਇੱਕ ਦੀ ਜ਼ਿੰਦਗੀ 'ਚੋਂ ਝਗੜਾ ਦੂਰ ਚਲਾ ਜਾਏ। ਲੇਕਿਨ ਅੱਜ ਦੀ ਪੂਰੀ ਚਰਚਾ ਬਹੁਤ ਹੀ ਸੋਹਣੀ ਰਹੀ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਪੂਰੀ ਚਰਚਾ ਲਈ। ਓਮ ਸ਼ਾਂਤੀ। ਓਮ ਸ਼ਾਂਤੀ। ਦੋਸਤੋ, ਅੱਜ ਦਾ ਜੋ ਟੌਪਿਕ ਸੀ ਉਹ ਬਹੁਤ ਹੀ ਗਰਮਾ ਗਰਮ ਟੌਪਿਕ ਸੀ ਝਗੜੇ ਦਾ, ਕਿਉਂਕਿ ਹਰ ਇੱਕ ਦੇ ਘਰ ਛੋਟੀ ਤੋਂ ਛੋਟੀ ਚੀਜ਼ 'ਚ ਵੀ ਝਗੜੇ ਨੂੰ ਚਿੰਗਾਰੀ ਲੱਗ ਜਾਂਦੀ ਹੈ ਔਰ ਫਿਰ ਝਗੜਾ ਬਹੁਤ ਵੱਡਾ ਰੂਪ ਲੈ ਲੈਂਦਾ ਹੈ। ਜਿੱਦਾਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਐਕਸੈਪਟੈਂਸ ਜ਼ਿੰਦਗੀ 'ਚ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਐਕਸੈਪਟ ਕਰ ਲਿਆ ਸਾਹਮਣੇ ਵਾਲੇ ਨੂੰ ਔਰ ਆਪਣੇ ਅੰਦਰ ਦਾ ਜੋ ਭਾਵਨਾ ਹੈ ਉਹ ਸ਼ੁਭ ਭਾਵਨਾ ਉਹਨੂੰ ਦੇਣੀ ਸ਼ੁਰੂ ਕਰਤੀ, ਤੇ ਆਪਣੇ ਆਪ ਜੋ ਚਿੰਗਾਰੀ ਲੱਗੀ ਹੈ ਉਹ ਆਪਣੇ ਆਪ ਉਹਦੇ 'ਤੇ ਪਾਣੀ ਪੈ ਜਾਏਗਾ ਔਰ ਉਹ ਬੁਝ ਜਾਏਗੀ। ਫਿਰ ਮਿਲਾਂਗੇ ਅਗਲੀ ਕੜੀ 'ਚ, ਤਬ ਤੱਕ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ ਸ਼ਾਂਤੀਵਨ, ਮੋਬਾਈਲ ਨੰਬਰ 8094913487, ਈਮੇਲ punjabi.gws@gmail.com।